ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। हाँ जी, पंजाब मेल USA TV चैनल के प्यारे दर्शकों, जिस तरह तुहानूं पता है कि लगातार असीं पंजाब फोकस विच वो मुद्दे लैंदे आ जिहड़े पक्कदे मुद्दे हुंदे आ और ना केवल पंजाब दे सगों देशां प्रदेशां ते बाहरले देशां दे भी असीं मुद्दिआं नूं इनकलूड करदे इहदे विच। ते मेरे नाल तशरीफ फरमान ने संजीव यश खन्ना जी। मैं इन्हां नूं गुजारिश करूँगा कि वो मुद्दा लिया जाए जिहड़ा खास तौर ते इस वेले लोकां दी नज़रां विच है और वो मुद्दा इन्ना भखदा हैगा कि सुपर कंट्री नाल रिलेटेड है। वो हुण कियास राई ते आपे करनगे। खन्ना जी की है सुपर कंट्री ਨਾਲ ਰਿਲੇਟਡ ਹੈ। ਹਾਲਾਤ ਵੀ ਸੁਪਰ ਬਣੇ ਹੋਏ ਨੇ। जी जी हाँ 14 ਨਵੰਬਰ ਨੂੰ ਮੱਧਕਾਲੀ ਚੋਣਾਂ ਹੁੰਦੀਆਂ ਨੇ ਤਾਂ ਬਾਈਡਨ ਸਾਹਿਬ ਨੂੰ ਇੱਕ ਚੁਣੌਤੀ ਹੈ जी ਟਰੰਪ ਜੀ ਵੱਲੋਂ। ਟਰੰਪ ਤਾਂ ਪਹਿਲਾਂ ਵੀ ਤੁਸੀਂ ਜਾਣਦੇ ਹੋ ਬਹੁਤ ਵੱਡੀਆਂ ਗੱਲਾਂ ਕਰਦੇ ਨੇ। ਮੈਂ ਪ੍ਰੈਜ਼ੀਡੈਂਟ ਹੁੰਦਾ ਤੇ ਮੈਂ ਯੂਕਰੇਨ ਦਾ ਤੇ ਰਸ਼ੀਆ ਦਾ ਯੁੱਧ ਨਹੀਂ ਹੋਣ ਦੇਣਾ ਸੀ। ਮੈਂ ਪ੍ਰੈਜ਼ੀਡੈਂਟ ਸੀ ਤੇ ਮੈਂ ਇੱਥੋਂ ਮਿਜ਼ਾਈਲਾਂ ਨਹੀਂ ਚੱਲਣ ਦਿੱਤੀਆਂ। ਮੈਂ ਵਪਾਰਿਕ ਸਮਝੌਤੇ ਵਧੀਆ ਕੀਤੇ। ਮੈਂ ਸੁਨਹਿਰੀ ਯੁੱਗ ਵੱਲ ਲੈ ਕੇ ਜਾ ਰਿਹਾ ਸੀ ਅਮਰੀਕਾ ਨੂੰ। ਹੁਣ ਮੈਂ ਦੁਬਾਰਾ ਇਸ ਕਰਕੇ ਆਉਣਾ ਚਾਹੁੰਦਾ ਕਿਉਂਕਿ ਮੈਂ ਇੱਕ ਸੁਨਹਿਰਾ ਇੱਕ ਗੋਲਡਨ ਫਿਊਚਰ ਲੈ ਕੇ ਆਉਣਾ ਚਾਹੁੰਦਾ ਅਮਰੀਕਾ ਵਾਸਤੇ, ਅਮਰੀਕਾ ਦੇ ਲੋਕਾਂ ਵਾਸਤੇ, ਕਿਉਂਕਿ ਵਾਇਰਸ 19 ਦੇ ਵਿੱਚ ਬਹੁਤ ਭੁਗਤਿਆ ਹੈ। ਅਰਥ ਵਿਵਸਥਾ ਨੂੰ ਹੋਰ ਮਜ਼ਬੂਤ ਕਰਾਂਗਾ। ਬਟ ਜੋ ਅਪਰ ਹਾਊਸ ਹੈ, ਹਾਊਸ ਆਫ ਰਿਪਰੈਜ਼ੈਂਟੇਟਿਵਸ, ਉਹਦੇ ਵਿੱਚ ਕਹਾਣੀ ਕੁਝ ਕੈਮਿਸਟਰੀ ਡਬਲ ਡਿਫਰੈਂਟ, ਕਿਉਂਕਿ ਉੱਥੇ ਬਾਈਡਨ ਸਾਹਿਬ ਦਾ ਬੋਲਬਾਲਾ ਹੋ ਗਿਆ। ਹੁਣ ਚੋਣਾਂ ਜਿਹੜੀਆਂ ਨੈਕਸਟ ਨੇ ਜਾਂ ਨੈਕਸਟ ਕੈਂਡੀਡੇਟ ਜਿਹੜਾ ਚੁਣਨਾ ਹੈ ਉਹਦੇ ਵਿੱਚ ਇਹ ਵਿਚਾਰ ਬਣਦਾ ਪਿਆ ਕਿ ਡੋਨਲਡ ਟਰੰਪ ਦੀ ਜਗ੍ਹਾ ਕੋਈ ਹੋਰ ਕੈਂਡੀਡੇਟ ਹੋਣਾ ਚਾਹੀਦਾ। ਲੋਕ ਇਸ ਚੀਜ਼ ਦੀ ਭਾਲ ਕਰ ਰਹੇ ਨੇ। ਤੇ ਉਧਰ ਮਾਈਕ ਜੀ ਨੇ, ਉਹ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ, ਉਹ ਕਹਿੰਦੇ ਨੇ ਕਿ ਮੈਨੂੰ ਨੋਮੀਨੇਟ ਕੀਤਾ ਜਾਏ। ਸੋ ਇਹ ਕੁਝ ਕੈਮਿਸਟਰੀ ਡਿਫਰੈਂਟ ਜੀ ਬਣਦੀ ਪਈ ਹੈ ਅਮਰੀਕਾ ਦੇ ਸਿਨੈਰੀਓ ਦੇ ਵਿੱਚ। ਹਾਂ, ਇਹ ਬੜੀ ਗੁੰਝਲਦਾਰ ਕੈਮਿਸਟਰੀ ਹੈ। ਪਤਾ ਇਹ ਹੈਗਾ ਕਿ 2024 ਦੀਆਂ ਇਲੈਕਸ਼ਨ ਆ ਗਈਆਂ ਪਰ ਫਸਵਾਂ ਟਾਕਰਾ ਜੋਏ ਬਾਈਡਨ ਜੀ ਔਰ ਡੋਨਲਡ ਟਰੰਪ ਜੀ ਦੇ ਵਿਚਕਾਰ ਹੈਗਾ। ਔਰ ਜਿੰਨੀ ਪੋਪੂਲਰਿਟੀ ਵੈਸੇ ਉਹਨਾਂ ਦੀ ਸੀਗੀ ਬਾਈਡਨ ਸਾਹਿਬ ਦੀ ਉਨੀ ਤਾਂ ਨਹੀਂ ਰਹੀ, ਪਰ ਇਲੈਕਸ਼ਨ 'ਚ ਉਹ ਫਿਰ ਵੀ ਬਾਜੀ ਮਾਰ ਗਏ ਕਿਉਂਕਿ ਅਪਰ ਹਾਊਸ 'ਚ ਉਹਨਾਂ ਨੇ ਜਿਹੜਾ ਬਹੁਮਤ ਹਾਸਲ ਕੀਤਾ। ਜਿਹੜਾ ਲੋਅਰ ਸਦਨ ਹੈ ਉਹਦੇ ਵਿੱਚ ਇਹ ਟਰੰਪ ਸਾਹਿਬ ਲੈ ਗਏ। ਉਹਦੇ 'ਚ ਉਹ 435 ਮੈਂਬਰਾਂ ਦਾ ਹੈਗਾ ਉਹਦੇ 'ਚ ਸਾਰਾ ਹੀ, ਅਤੇ ਗਿਣਤੀ ਤੋਂ ਉਹਦੇ ਵਿੱਚੋਂ 218 ਨੂੰ ਇਹ ਹੱਥ ਫੇਰ ਗਿਆ ਅਤੇ 211 ਬਾਈਡਨ ਸਾਹਿਬ ਦੇ ਹਿੱਸੇ ਆਈਆਂ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜਿਸ 'ਚ ਮਾਈਕ ਸਾਹਿਬ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆਫ USA ਹੈ, ਉਹ ਆਪ ਚਾਹ ਰਹੇ ਆ ਕਿ ਮੈਂ ਇਲੈਕਸ਼ਨ ਦੇ ਵਿੱਚ ਮੈਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਮੈਂ ਲੜਾਂ, ਕਿਉਂਕਿ ਅਗਲੀਆਂ ਜਿਹੜੀਆਂ ਪ੍ਰੈਜ਼ੀਡੈਂਟ ਇਲੈਕਸ਼ਨ ਆ ਉਹ ਆ ਰਹੀਆਂ 24 'ਚ ਆ ਗਈਆਂ। ਉਹਦੇ 'ਚੋਂ ਸਿਰ 'ਤੇ ਹੈਗੀਆਂ ਔਰ ਉਹਦੇ ਵਿੱਚ ਹੁਣ ਇਸ ਵੇਲੇ ਸਾਰੇ ਆਪਣਾ ਜ਼ੋਰ ਲਾ ਰਹੇ ਆ। ਅਤੇ ਟਰੰਪ ਸਾਹਿਬ ਨੇ ਤਾਂ ਐਲਾਨ ਕਰ ਦਿੱਤਾ ਕਿ ਆਈ ਵਿਲ ਫਾਈਟ ਦਾ ਪ੍ਰੈਜ਼ੀਡੈਂਟ ਇਲੈਕਸ਼ਨ, ਅਤੇ ਦੂਜੇ ਪਾਸੇ ਬਾਈਡਨ ਸਾਹਿਬ ਵੀ ਖੜ੍ਹੇ ਆ। ਪਰ ਬਾਈਡਨ ਸਾਹਿਬ ਨੇ ਕਰਨਾ 25 ਦਸੰਬਰ ਕ੍ਰਿਸਮਸ ਡੇ ਵਾਲੇ ਦਿਨ ਡਿਸਾਈਡ। ਬਿਲਕੁਲ ਉਹਨਾਂ ਨੇ ਇਹ ਕੀਤਾ ਕਿ ਜੇ ਮੈਂ ਵੇਟ ਕਰਦਾ ਵਾਂ, ਪਰ ਕਾਲੇ ਪੈ ਗਏ ਹੁਣ ਟਰੰਪ ਸਾਹਿਬ। ਉਹਨਾਂ ਨੇ ਕਹਿਤਾ ਵੀ ਮੈਂ ਇਲੈਕਸ਼ਨ ਲੜੂੰਗਾ। ਦੂਜੇ ਪਾਸੇ ਇਹਨਾਂ ਦੇ ਹਮਾਇਤੀ ਜਿਹੜੇ ਨੇ ਜਿੱਦਾਂ ਮਾਈਕ ਸਾਹਿਬ ਨੇ, ਉਹਨਾਂ ਨੇ ਕਹਿਤਾ ਕਿ ਇਹਨਾਂ ਨੂੰ ਮੈਂ ਇਹਦੇ ਵਿੱਚ ਨਾਮਜ਼ਦ ਕਰਾਂਗਾ ਆਪਣੇ ਆਪ ਨੂੰ, ਕਿਉਂਕਿ ਆਂਦਾ ਕਿ ਇਹਨਾਂ ਦੀ ਪੋਪੂਲਰਿਟੀ ਉਨੀ ਨਹੀਂ ਰਹੀ ਜਿੰਨੀ ਪਹਿਲੋਂ ਸੀ, ਕਿਉਂਕਿ ਇਹਨਾਂ ਦੇ ਕੇਸ ਬੜੇ ਹੋ ਗਏ ਆ, ਇਹਨਾਂ ਦੇ ਮਜਬੂਰੇ ਬਣ ਗਏ ਆ, ਲੋਕਾਂ ਤੋਂ ਇਹ ਦੂਰ ਚਲੇ ਗਏ ਆ। ਇਸ ਵੇਲੇ ਜਿਹੜਾ ਬਹੁਮਤ ਹੈ ਉਹ ਇਹਨਾਂ ਨੂੰ ਨਹੀਂ ਹਾਸਲ ਹੋਣਾ। ਔਰ ਜਿਹਦੇ ਵਿੱਚ ਇਹ ਵੀ ਸੁਣਿਆ ਗਿਆ ਕਿ ਟਰੰਪ ਸਾਹਿਬ ਨੇ ਜਿਹੜੀਆਂ ਨਾ ਆਪਣੀਆਂ ਉਹਨਾਂ ਨੇ ਬੜੀਆਂ ਗੋਂਦ ਲਈਆਂ, ਉਹਨਾਂ ਨੇ ਬੜੇ ਗਰੁੱਪ ਬਣਾ ਲਏ ਆ। ਅਤੇ ਉਹਦੇ 'ਚ ਜਿਹੜਾ ਇੰਡੀਆ ਨਾਲ ਤਾਂ ਉਹਨਾਂ ਨਾਲ ਥੋੜ੍ਹਾ ਬਹੁਤ ਪਿਆਰ ਪਹਿਲੋਂ ਦਾ ਹੈਗਾ, ਮੋਦੀ ਸਾਹਿਬ ਨਾਲ ਉਹਨਾਂ ਦਾ, ਕਿਉਂਕਿ ਉਹ ਇਲੈਕਸ਼ਨ ਦੇ ਵਿੱਚ ਡਿਊਰਿੰਗ ਇਲੈਕਸ਼ਨ ਹੱਥ ਮਾਰਨਗੇ ਏਸ਼ੀਅਨ ਕੰਟਰੀ ਦੀਆਂ ਜਿਹੜੇ ਵੋਟਰ ਨੇ, ਜਿਹਦੇ ਵਿੱਚ ਇੰਡੀਆ ਪਹਿਲੇ ਨੰਬਰ 'ਤੇ। ਉੱਥੇ ਜਿਹੜੇ ਵਿਦੇਸ਼ੀ ਭਾਈਚਾਰਾ ਰਹਿੰਦਾ ਹੈ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਔਰ ਉਹਨਾਂ ਦੇ ਇੱਕ ਐਡਵਾਈਜ਼ਰ ਵੀ ਨੇ ਜਿਹੜੇ ਹਿੰਦੀ ਦੇ ਵਿੱਚ ਉਹਨਾਂ ਨੂੰ ਸਲੋਗਨਸ ਦੇ ਰਹੇ ਨੇ ਔਰ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ ਜਿਹਦੇ 'ਚ ਟਰੰਪ ਜਿਹੜੇ ਨੇ ਉਹ ਹਿੰਦੀ ਦੇ ਵਿੱਚ ਬੋਲਦੇ ਨੇ, ਸਲੋਗਨ ਬੋਲਦੇ, ਉਹਨਾਂ ਦੀ ਲੈਂਗੁਏਜ ਬੋਲਦੇ ਨੇ, ਕਿਉਂਕਿ ਨਾਲੇ ਪਤਾ ਲੱਗ ਜਾਏ ਕਿ USA ਦਾ ਪ੍ਰੈਜ਼ੀਡੈਂਟ ਜਿਹੜਾ ਸਾਬਕਾ ਉਹ ਦੇਖੋ ਹਿੰਦੀ ਬੋਲ ਰਿਹਾ। ਔਰ ਦੂਜੀ ਗੱਲ ਇਹ ਆ ਕਿ ਇਹ ਬਹੁਤ ਦੇਖੋ ਐਂਬੀਸ਼ੀਅਸ ਤਾਂ ਬਹੁਤ ਹੀ ਜ਼ਿਆਦਾ ਸਾਰੇ ਹੁੰਦੇ ਨੇ ਔਰ ਟਰੰਪ ਜਿਹਨੂੰ ਕਹਿੰਦੇ ਨੇ ਆਊਟ ਆਫ ਦ ਬਾਕਸ ਬਹੁਤ ਹੀ ਐਂਬੀਸ਼ੀਅਸ ਨੇ, ਕਿਉਂਕਿ ਇਹਨਾਂ ਦਾ ਬੈਕਗਰਾਊਂਡ ਵੀ ਕੁਝ ਇੱਦਾਂ ਦਾ ਕਿ ਰੀਅਲ ਐਸਟੇਟ ਇਹ ਸਾਰੇ ਬਿਜ਼ਨਸ ਨਾਲ ਜੁੜੇ ਹੋਏ ਨੇ। ਸੋ ਉਹ ਥੋੜਾ ਬਿਜ਼ਨਸ ਦਾ ਵੀ ਦਿਮਾਗ ਦੇ ਉੱਤੇ ਉਹ ਹੁੰਦਾ ਨਾ ਕਿ ਤੁਹਾਡਾ ਸੋਚ ਕਿੱਦਾਂ ਦੀ ਬਣੀ ਹੁੰਦੀ ਹੈ, ਤੁਹਾਡਾ ਮਾਈਂਡ ਸੈਟ ਕੀ ਹੋਇਆ ਹੁੰਦਾ, ਉਹ ਵੀ ਇੱਕ ਚੀਜ਼ਾਂ ਹੁੰਦੀਆਂ ਨੇ। ਬਾਕੀ ਬਿਜ਼ਨਸ ਦੇ ਸਿਲਸਿਲੇ 'ਚ ਤੇ ਬਹੁਤ ਹੀ ਜ਼ਿਆਦਾ ਸਟਰੋਂਗ ਨੇ ਔਰ ਅਮਰੀਕਾ ਦੀ ਇਕਨੋਮੀ ਬਾਰੇ ਵੀ ਇਹ ਕਾਫੀ ਖਾਸ ਗੱਲ ਕਰਦੇ ਨੇ ਕਿ ਮੈਂ ਇੱਦਾਂ ਦੀਆਂ ਟ੍ਰੇਡਸ ਕਰ ਸਕਦਾ, ਇੱਦਾਂ ਦੇ ਦੂਸਰੇ ਵਪਾਰਿਕ ਸਮਝੌਤੇ ਕਰ ਸਕਦਾ ਬਾਕੀ ਕੰਟਰੀਜ਼ ਦੇ ਨਾਲ ਜੋ ਇਸ ਵਕਤ ਅਮਰੀਕਾ ਦੀ ਅਰਥ ਵਿਵਸਥਾ ਨੂੰ ਬਹੁਤ ਜ਼ਿਆਦਾ ਸਟਰੋਂਗ ਕਰ ਸਕਦੇ ਨੇ। ਦੂਜੀ ਗੱਲ, ਇਹ ਆਪਣੀ ਹਾਰ ਮੰਨਣ ਨੂੰ ਹਜੇ ਵੀ ਤਿਆਰ ਨਹੀਂ ਕਿ ਮੈਂ ਪਿਛਲੀ ਵਾਰ ਹਾਰ ਗਿਆ ਸੀ। ਸਟਿਲ ਹਜੇ ਵੀ ਉਹਨਾਂ ਨੇ ਉਦੋਂ ਕਿਹਾ ਕਿ ਇਹ ਇੱਕ ਫੇਅਰ ਇਲੈਕਸ਼ਨਸ ਨਹੀਂ ਰਹੀਆਂ, ਰਿਜ਼ਲਟਸ ਫੇਅਰ ਨਹੀਂ ਰਹੇ, ਮੈਨੂੰ ਹਰਾਇਆ ਗਿਆ ਹੈ, ਮੈਂ ਹਾਰਿਆ ਨਹੀਂ ਹਾਂ। ਇਹਨਾਂ ਨੇ ਕਿਆ ਬਲੇਮ ਕੀਤਾ ਉਹਨਾਂ ਦੇ। ਔਰ ਉਹਨਾਂ ਦੇ ਸਮਰਥਕਾਂ ਨੇ
ਥੋੜੀ ਹਿੰਸਾ ਵੀ ਕੀਤੀ, ਉਹ ਵੀ ਕਈ ਕੇਸਿਸ ਸਾਹਮਣੇ ਆਏ ਨੇ। ਹੁਣ ਕੁੱਲ ਮਿਲਾ ਕੇ ਇਹ ਚੀਜ਼ ਬਣ ਰਹੀ ਹੈ ਕਿ ਜੋ ਟਰੰਪ ਐਂਬੀਸ਼ੀਅਸ ਬਹੁਤ ਨੇ, ਆਊਟ ਆਫ ਦਾ ਬਾਕਸ ਜਿਵੇਂ ਮੈਂ ਕਿਹਾ, ਉਹ ਚੀਜ਼ ਕਿਤੇ ਮਤਲਬ ਸਾਰਿਆਂ ਵਾਸਤੇ ਇੱਕ ਚੈਲੰਜ ਨਾ ਬਣੇ, ਕਿਉਂਕਿ ਜਿੱਦਾਂ ਮਾਈਕ ਕਹਿ ਰਹੇ ਨੇ ਮੈਨੂੰ ਲੈ ਕੇ ਆਓ, ਜਾਂ ਕੋਈ ਹੋਰ ਕੈਂਡੀਡੇਟ ਵੀ ਐਲੀਜੀਬਲ ਪਾਰਟੀ ਸਮਝ ਸਕਦੀ ਹੈ ਕਿ ਉਹਨਾਂ ਨੂੰ ਲੈ ਕੇ ਆਇਆ ਜਾਏ, ਕਿਉਂਕਿ ਇਹ ਹੁਣ ਪਾਰਟੀ ਦਾ ਡਿਸੀਜਨ ਹੈ ਨਾ ਕਿਸੇ ਪਾਰਟੀ ਵੱਲੋਂ ਤਾਂ ਆਉਣਗੇ, ਇੰਡੀਪੈਂਡੈਂਟ ਤੇ ਉਹ ਹੋ ਨਹੀਂ ਸਕਦੇ, ਕਿਉਂਕਿ ਅਮਰੀਕਾ ਦੇ ਕਾਨੂੰਨ ਦੇ ਮੁਤਾਬਿਕ 2 ਪਾਰਟੀਆਂ ਹੀ ਹੋ ਸਕਦੀਆਂ। ਐਸੇ ਲਫੜਾ ਜਿਹੜਾ ਪਿਆ ਹੈ ਇਹਨਾਂ 'ਚ ਹੀ ਪਿਆ ਹੈਗਾ, ਇਹਨਾਂ 'ਚ ਹੀ ਪਿਆ ਹੋਇਆ ਰਿਪਬਲਿਕਨ ਪਾਰਟੀ ਦਾ ਜਿਹੜਾ ਚੱਕਰ ਹੈਗਾ, ਡੈਮੋਕ੍ਰੇਟਸ ਦਾ ਪਿਆ ਹੋਇਆ, ਇਟ ਸ਼ੁੱਡ ਬੀ ਚੇਂਜ, ਜਿਹੜਾ ਮੁਖੀ ਹੈਗਾ ਇਹਨੂੰ ਬਦਲ ਦਿੱਤਾ ਜਾਵੇ। ਔਰ ਉਹਦੇ 'ਚ ਬਾਈਡਨ ਸਾਹਿਬ ਨਾਲ ਨਹੀਂ ਕੋਈ ਇੱਦਾਂ ਦਾ ਰੌਲਾ, ਉਹਨਾਂ ਨੂੰ ਤਾਂ ਉਹਨਾਂ ਨੇ ਅਜੇ ਤਾਂ ਉਹਨਾਂ ਨੇ ਵੇਟ ਕਰਨ ਲਈ ਕਿਹਾ ਕਿ ਇੰਤਜ਼ਾਰ ਕਰੋ, ਉਹ ਦੂਰ ਨਹੀਂ ਕੰਮ, ਮੈਂ ਐਲਾਨ ਕਰ ਦੂੰਗਾ ਪਰ ਕ੍ਰਿਸਮਸ ਵਾਲੇ ਦਿਨ। ਔਰ ਡੈਮੋਕ੍ਰੇਟਿਕ ਪਾਰਟੀ ਦਾ ਤਾਂ ਮੁਖੀ ਉਹੀ ਰਹੂਗਾ, ਪਰ ਇਹਨਾਂ ਦੇ ਵਿੱਚ ਇਸ ਵੇਲੇ ਰੌਲਾ ਪੈ ਗਿਆ। ਸਾਰੇ ਕਹਿ ਰਹੇ ਆ ਕਿ ਇਹਨਾਂ ਨੂੰ ਬਦਲ ਦਿੱਤਾ ਜਾਵੇ। ਪਾਰਟੀ ਤਾਂ ਪਾਰਟੀ ਰਹਿਣੀ, ਪਾਰਟੀ ਨੇ ਤਾਂ ਇਲੈਕਸ਼ਨ ਲੜਨੀ ਲੈਣੀ ਹੈ, ਕਿਉਂਕਿ ਉੱਥੇ ਸਿੰਗਲ ਪਾਰਟੀ ਦਾ ਹੀ ਰੌਲਾ ਹੈਗਾ, ਜਿਹਦੇ ਵਿੱਚ 2 ਪਾਰਟੀਆਂ ਆਪਸ 'ਚ ਇਲੈਕਸ਼ਨ ਲੜਨਗੀਆਂ। ਔਰ ਦੂਜੇ ਪਾਸੇ ਇਹ ਜਿਹੜਾ ਹੈਗਾ ਟਰੰਪ ਸਾਹਿਬ, ਇਹਨਾਂ ਦਾ ਰੌਲਾ ਤਾਂ ਇੰਨਾ ਜ਼ਿਆਦਾ ਰਹਿ ਗਿਆ, ਇਹਨਾਂ ਦੇ ਫੇਵਰ 'ਚ ਵੀ ਹੈ, ਇਹਨਾਂ ਦੇ ਅਗੇਂਸਟ ਵੀ ਹੈ, ਦੋਵੇਂ ਪਾਸੇ ਹੈ। ਐਕਚੁਅਲੀ ਪਹਿਲੀ ਵਾਰ ਇੱਦਾਂ ਦੇਖਿਆ ਗਿਆ ਅਮਰੀਕਾ ਦੇ ਪੋਲਿਟਿਕਸ ਦੇ ਵਿੱਚ ਕਿ ਪ੍ਰੈਜ਼ੀਡੈਂਟਸ਼ਿਪ ਵਾਸਤੇ ਇੰਨਾ ਜ਼ਿਆਦਾ ਰੌਲਾ। ਔਰ ਬਰਾਕ ਓਬਾਮਾ ਵੀ ਪਿੱਛੇ ਜੇ ਸਟੇਟਮੈਂਟ ਦੇ ਚੁੱਕੇ ਨੇ ਕਿ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਜੋ ਹੈ ਉਹਨੂੰ ਚੈਲੰਜ ਮਿਲਦਾ ਪਿਆ, ਚੁਣੌਤੀ ਮਿਲਦੀ ਪਈ ਹੈ, ਸਮੂਥ ਨਹੀਂ ਹੈਗੇ ਹਾਲਾਤ, ਕਿਉਂਕਿ ਜਿੱਥੇ ਦੇਖਿਆ ਜਾਵੇ ਕਿ ਡੈਮੋਕ੍ਰੇਸੀ ਅਮਰੀਕਾ ਤੋਂ ਪੈਦਾ ਹੋਈ ਹੈ ਨਾ, ਫॉर ਦਾ ਪੀਪਲ, ਆਫ ਦਾ ਪੀਪਲ, ਬਾਏ ਦਾ ਪੀਪਲ, ਹੈ ਨਾ, ਅਬਰਾਹਮ ਲਿੰਕਨ ਤੋਂ ਇਹ ਚੀਜ਼ਾਂ ਜਦੋਂ ਸ਼ੁਰੂ ਹੁੰਦੀਆਂ ਨੇ। ਔਰ ਉੱਥੇ ਬਰਾਕ ਓਬਾਮਾ ਬਹੁਤ, ਉਹ ਵੀ ਕਾਮਯਾਬ ਲੀਡਰ ਰਹੇ ਨੇ, ਬਹੁਤ ਪਪੂਲਰ ਲੀਡਰ ਰਹੇ ਨੇ, ਉਹ ਇਹ ਸਟੇਟਮੈਂਟ ਦੇਣ ਕਿ ਡੈਮੋਕ੍ਰੇਸੀ ਵਾਸਤੇ ਚੈਲੰਜ ਆ, ਤੇ ਇੱਕ ਬਹੁਤ ਹੀ ਸੈਂਸਿਟਿਵ ਔਰ ਬਹੁਤ ਸੋਚਣ ਵਾਲਾ, ਗਹਿਰਾਈ ਵਾਲਾ ਵਿਸ਼ਾ ਬਣ ਜਾਂਦੀ ਹੈ। ਔਰ ਜਿੱਥੇ ਬਾਈਡਨ ਸਾਹਿਬ ਦੀ ਗੱਲ ਆਉਂਦੀ ਆ, ਉੱਥੇ ਕਿਤੇ ਨਾ ਕਿਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਗੱਲ ਕੀਤੀ ਜਾਂਦੀ ਹੈ ਕਿ ਥੋੜੇ ਬਜ਼ੁਰਗ ਨੇ, 70+ ਨੇ, ਔਰ ਪਿੱਛੇ ਜੇ ਵੀ G20 ਸੰਮੇਲਨ ਦੇ ਵਿੱਚ ਵੀ ਉਹ ਪੌੜੀਆਂ ਤੋਂ ਡਿੱਗਦੇ ਬੱਚੇ, ਔਰ ਇੰਡੋਨੇਸ਼ੀਆ ਦੇ ਜੋ ਪ੍ਰੈਜ਼ੀਡੈਂਟ ਹੈ ਉਹਨਾਂ ਨੇ ਸਪੋਰਟ ਕੀਤਾ, ਹੱਥ ਫੜਿਆ। ਸੋ ਪਿੱਛੇ ਜੇ ਵੀ ਗੱਲ ਹੋਈ ਸੀ ਕਿ ਪਲੇਨ ਚੜ੍ਹਨ ਵੇਲੇ ਵੀ ਉਹ ਪੌੜੀਆਂ ਤੋਂ ਸਬਰ ਨਹੀਂ ਪਾ ਰਹੇ ਸੀ। ਏਜ ਫੈਕਟਰ ਹੈ, ਇਸ ਚੀਜ਼ ਨੂੰ ਵੀ ਦੇਖਿਆ ਜਾ ਰਿਹਾ। ਵਡੇਰੀ ਉਮਰ 'ਚ ਜ਼ਿਆਦਾ એનર્ਜੀ ਇੰਨੀ ਨਹੀਂ ਰਹੀ। ਔਰ ਜਦੋਂ ਅਮਰੀਕਾ ਦੀ ਪ੍ਰੋਬਲਮ ਇਹ ਹੈਗੀ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਸੰਮੇਲਨ 'ਚ, ਬੜੇ ਸਮਾਗਮਾਂ 'ਚ ਜਾਣਾ ਪੈਂਦਾ, ਔਰ ਬਾਹਰ ਜਾਂਦੇ ਆ, ਕਦੀ ਇੰਡੋਨੇਸ਼ੀਆ, ਕਦੀ ਤਾਇਵਾਨ, ਕਦੀ ਇੰਗਲੈਂਡ, ਕਦੀ ਕਿਸੇ ਪਾਸੇ ਹੁੰਦਾ ਹੀ ਆ। ਔਰ ਅਜੇ ਉਮਰ ਤਾਂ ਉਹਨਾਂ ਦੀ ਵੀ ਕਾਫੀ ਹੈ ਟਰੰਪ ਸਾਹਿਬ ਦੀ, ਪਰ ਵੈਲਦੀ ਆ, ਉਹ ਅੱਛੇ ਤਕੜੇ ਆ, ਜੋਸ਼ 'ਚ ਹੈਗੇ ਆ। ਅਤੇ ਦੂਜੇ ਹੁਣ ਜਦੋਂ ਲੀਡਰ ਬਦਲਣ ਜਾ ਰਹੀ ਰਿਪਬਲਿਕਨ ਪਾਰਟੀ, ਮੇਰਾ ਖਿਆਲ ਹੈ ਕਿਤੇ ਇਹ ਨਾ ਹੋਵੇ ਕਿ ਇਹਨਾਂ ਦਾ ਪਤਾ ਸਾਫ਼ ਹੋ ਜਾਏ ਅਤੇ ਕੋਈ ਲੀਡਰ ਹੋਰ ਆ ਜਾਏ, ਕਿਉਂਕਿ ਇਹਨਾਂ ਦੇ ਨਾਲ ਜਿਹੜੇ ਹਮ ਰੁਤਬਾ ਰਹੇ ਆ ਉਹੀ ਕਹਿ ਰਹੇ ਆ ਕਿ ਇਹਨਾਂ ਨੂੰ ਹੁਣ ਥੋੜ੍ਹਾ ਜਿਹਾ ਪਿੱਛੇ ਹਟਾ ਦਿਓ, ਕਿਉਂਕਿ ਇਹਨਾਂ ਨੇ ਅੱਗੇ ਇਲੈਕਸ਼ਨ ਲੜ ਕੇ ਪ੍ਰੈਜ਼ੀਡੈਂਟਸ਼ਿਪ ਕਰ ਲਈ ਹੈ, ਬਹੁਤ ਕੰਮ ਕੀਤਾ ਹੈਗਾ। ਤੀਜੇ ਪਾਸੇ ਆ ਜਿਹੜੀ ਗੱਲ ਹੈਗੀ ਆ ਕਿ ਜਦੋਂ ਬਾਈਡਨ ਸਾਹਿਬ ਆ ਗਿਆ, ਉੱਥੇ ਉਹ ਜੋ ਸਹੂਲਤਾਂ ਦੀ ਉਮੀਦ ਸੀ ਲੋਕਾਂ ਨੂੰ, ਉਹ ਨਹੀਂ ਮਿਲੀਆਂ। ਜਿਸ ਤਰ੍ਹਾਂ ਅਸੀਂ ਪੰਜਾਬ ਦੇ ਲੋਕਾਂ ਦਾ ਵੀ ਕਹਿੰਦੇ ਕਿ ਜੋ ਪੰਜਾਬ ਵਾਲੇ ਲੋਕ ਚਾਹੁੰਦੇ ਨੇ, ਉਹਨਾਂ ਦੀਆਂ ਉਹ ਸਹੂਲਤਾਂ ਜੋ ਉਹਨਾਂ ਨੇ ਪਹਿਲੋਂ ਅਨਾਉਂਸ ਕੀਤਾ, ਜੋ ਉਹਨਾਂ ਨੇ ਕਿਹਾ ਕਿ ਅਸੀਂ ਆਹ ਕਰ ਦਾਂਗੇ, ਉਹ ਨਹੀਂ ਹੋਇਆ। ਜਦੋਂ ਕਿ ਮਹਿੰਗਾਈ ਜ਼ੋਰਾਂ 'ਤੇ ਆ, ਜਿਹਦੇ 'ਚ ਵਿਆਜ ਦਰਾਂ ਬਹੁਤ ਵੱਧ ਗਈਆਂ, ਜਿਹੜੀਆਂ ਲੋਕਲ ਜਿਹੜਾ ਰੀਅਲ estate ਲਈ ਘਰ ਬਣਾਉਂਦੇ ਸੀਗੇ, ਔਰ ਮਹਿੰਗਾਈ ਹੋਣ ਨਾਲ ਵੀ ਮੈਕਸੀਕੋ ਤੱਕ ਜਿਹੜੀ ਸ਼ਿਫਟ ਕਰਕੇ ਚਲੇ ਗਏ, ਔਰ ਕਈ ਪੋਸਟਾਂ ਖਾਲੀ ਆ, ਸੈਲਰੀ ਵੀ ਜਿਹੜੀ ਉਹ ਪੂਰੀ ਨਹੀਂ ਮਿਲ ਰਹੀ ਹੈ। ਜਦੋਂ ਆਪਾਂ ਪੜ੍ਹਦੇ ਹਾਂ ਸਾਨੂੰ ਪਤਾ ਲੱਗਦਾ ਮਨੀ ਇਨਫਲੇਸ਼ਨ ਹੋ ਗਿਆ, ਪੈਸਾ ਜ਼ਿਆਦਾ ਹੋ ਗਿਆ, ਚੀਜ਼ਾਂ ਮਹਿੰਗੀਆਂ ਹੋ ਗਈਆਂ। ਇਸ ਕਰਕੇ ਵੀ ਡੂਰਿੰਗ ਇਹਨਾਂ ਦੇ ਪ੍ਰੈਜ਼ੀਡੈਂਟ ਦੀ ਜਦੋਂ ਦੇ ਬੈਠੇ ਪੋਸਟ 'ਤੇ ਬਾਈਡਨ ਸਾਹਿਬ, ਉਹਨੂੰ ਦੀ ਪ੍ਰੋਬਲਮ ਇਹ ਆਈ ਹੈ ਇਸ ਵੇਲੇ ਜਿੰਨੇ ਵੋਟਰ ਨੇ, ਜਿੰਨੇ ਲੋਕ ਉੱਥੋਂ ਦੇ ਨਫਰੀ ਆ, ਜਿੰਨੇ ਲੋਕ ਬੱਚੇ ਬੁੜੇ ਆ, ਥੋੜ੍ਹੇ ਜਿਹੇ ਨਿਰਾਸ਼ ਇਸ ਕਰਕੇ ਆ ਕਿ ਇਹਨਾਂ ਦੀ ਪੋਪੂਲੈਰਿਟੀ ਦੱਸਦੀ ਹੈ ਕਿ ਜਿੱਥੇ ਇਹਨਾਂ ਦਾ ਲੋਕਾਂ ਤੱਕ ਪਹੁੰਚ ਸੀਗੀ ਉਹ ਕਿਤੇ 50 ਤੋਂ ਉੱਪਰ ਸੀਗੀ, ਹੁਣ 50 ਤੋਂ ਥੱਲੇ ਆ ਗਏ, 39-40 ਦੇ ਨੇੜੇ ਆ ਗਈ। ਇੱਥੋਂ ਹੀ ਪਤਾ ਲੱਗਦਾ ਕਿ ਅਗਲੀਆਂ ਵੋਟਾਂ ਵਿੱਚ ਇਹਨਾਂ ਨੂੰ ਥੋੜ੍ਹੀ ਬਹੁਤ ਮਾਰ ਵੱਜ ਸਕਦੀ ਹੈ। ਪਰ ਹੁਣ ਮੱਧਕਾਲੀ ਚੋਣਾਂ 'ਚ ਤਾਂ ਇਸ ਵੇਲੇ ਸਥਿਰ ਰਹੇ ਆ, ਸਟੇਬਲ ਰਹੇ ਆ। ਹੁਣ ਇਸੇ ਕਰਕੇ ਥੋੜ੍ਹਾ ਜਿਹਾ ਜਿੰਨੇ ਵੀ ਸਿਆਣੇ ਲੋਕ ਨੇ ਜਾਂ ਜਿੰਨੇ ਵੀ ਦੱਸ ਰਹੇ ਆ, ਆਪਣੀ ਸੁਝਾਅ ਦੇ ਰਹੇ ਆ, ਉਹਨਾਂ ਨੂੰ ਇਸ ਵੇਲੇ ਇਹ ਗੱਲ ਹੈਗਾ ਕਿ ਜੇ ਟਰੰਪ ਪਿੱਛੇ ਹਟ ਜੇ ਤੇ ਰਿਪਬਲਿਕਨ ਪਾਰਟੀ ਅੱਗੇ ਆ ਸਕਦੀ ਹੈ। ਐਕਚੁਅਲੀ ਇਹਨਾਂ ਦੇ ਉੱਤੇ ਕਈ ਉਹ ਵੀ ਤਾਂ ਹੋਏ ਨੇ ਨਾ, ਛਾਪੇ ਵੀ ਵੱਜੇ ਨੇ, ਏਜੰਸੀਆਂ ਨੇ ਮਾਰੇ। ਸਹੀ ਗੱਲ, ਠੀਕ ਹੈ ਨਾ, ਕਿ US ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇਹਨਾਂ ਦੇ ਕੁਝ ਸੀਕ੍ਰੇਟਸ ਸੀਗੇ ਜਿਹੜੇ ਉਹ ਆਪਣੇ ਕੋਲ ਰੱਖੇ, ਕੁਝ ਫਾਈਲਸ ਆਪਣੇ ਕੋਲ ਰੱਖੀਆਂ, ਉਹ ਸੀਕ੍ਰੇਟਸ ਆਊਟ ਨਹੀਂ ਹੋਣੇ ਚਾਹੀਦੇ। ਇਸ ਕਰਕੇ ਏਜੰਸੀਜ਼ ਵੀ ਉਹਨਾਂ ਦੇ ਪਿੱਛੇ ਗਈਆਂ, ਔਰ ਉਹਨਾਂ ਦਾ ਜਿਹੜਾ ਫਾਰਮ ਹਾਊਸ ਹੈ, ਉਹਨਾਂ ਦੇ ਆਫਿਸ ਆ, ਉੱਥੇ ਵੀ ਰੇਡਸ ਹੋਏ। ਸੋ ਇਹ ਗੱਲਾਂ ਵੀ ਹੋਈਆਂ ਨੇ ਜੋ ਕਿਤੇ ਨਾ ਕਿਤੇ ਉਹਨਾਂ ਦੀ ਪੋਪੂਲੈਰਿਟੀ ਦੇ ਅਗੇਂਸਟ ਜਾਂਦੀ ਹੈ, ਕਿਉਂਕਿ ਉੱਥੇ ਵੀ ਰੇਡੀ ਕਲਚਰ ਹੈ। ਜਿਹੜਾ ਕਲਚਰ ਇੱਥੇ ਆ ਨਾ, ਉੱਥੇ ਵੀ ਇਹੀ ਹੋਇਆ ਕਿ ਰੌਲਾ ਇਸੇ ਰੇਡੀ ਕਲਚਰ ਦਾ ਰੌਲਾ ਜਿਹਨੂੰ ਕਿਹਾ ਗਿਆ ਨਾ। ਸੋ ਉਹਨਾਂ ਨੇ ਕਿਤੇ ਟਰੰਪ ਇਹ ਵੀ ਸਟੇਟਮੈਂਟ ਦੇ ਚੁੱਕੇ ਨੇ ਕਿ ਜਿੱਦਾਂ ਇੰਡੀਆ ਦੇ ਵਿੱਚ ਏਜੰਸੀਜ਼ ਕੰਮ ਕਰਦੀਆਂ ਨੇ ਨਾ, ਜਸਟ ਲਾਈਕ them, ਤੁਸੀਂ ਅਮਰੀਕਾ ਦੇ ਵਿੱਚ ਵੀ ਉਦਾਂ ਹੀ ਏਜੰਸੀਆਂ ਨੂੰ ਮੇਰੇ ਪਿੱਛੇ ਲਗਾ ਦਿੱਤਾ ਹੈ। ਸੋ ਇਹ ਸੂਟ ਨਹੀਂ ਕਰਦਾ ਅਮਰੀਕਾ ਦਾ ਜੋ ਸਟੇਟਸ ਹੈ, ਕਿਤੇ ਨਾ ਕਿਤੇ ਉਹਨਾਂ ਨੇ ਗੱਲ ਕੀਤੀ। ਹੁਣ ਦੇਖੋ ਜੀ, ਆਪਣੇ ਇੱਥੇ ਕਾਂਗਰਸ
ਗੁੱਥਮ ਗੁੱਥਾ ਹੋਏ ਆ, ਕਲੇਸ਼ ਰਿਹਾ ਵਾ, ਲੜਾਈ ਹੋਈ ਆ, ਅਕਾਲੀ ਦਲ 'ਚ ਵੀ ਹੋਈ ਆ, ਸਾਰੀਆਂ ਪਾਰਟੀਆਂ ਵਿਰੋਧੀਆਂ 'ਚ ਹੋਈ ਆ। ਉੱਥੇ ਦੇਖ ਲਓ 2 ਪਾਰਟੀਆਂ ਦੋਵਾਂ 'ਚ ਆਪਸੀ ਨਹੀਂ ਬਣ ਰਹੀ, ਕਿਉਂਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹਦੇ 'ਚ ਵੀ ਖਿੱਚਾਤੂਈ ਹੋ ਗਈ ਆ, ਕਿਉਂਕਿ ਉਹ ਵੀ ਬਾਈਡਨ ਸਾਹਿਬ ਨੂੰ ਹੁਣ ਥੋੜ੍ਹੀ ਸਟੇਬਿਲਿਟੀ ਤੋਂ ਪਰੇ ਰੱਖ ਰਹੇ ਆ। ਤੇ ਜਿਹੜੀ ਰਿਪਬਲਿਕਨ ਪਾਰਟੀ ਉਹਦੇ ਵਿੱਚੋਂ ਜਿਹੜੇ ਹਮਰੁਤਬਾ ਉਹਦੇ ਨਾਲ ਦੇ ਨੇਤਾ ਨੇ ਉਹ ਕਹਿੰਦੇ ਇਹਨਾਂ ਨੂੰ ਕਰੋ ਪਿੱਛੇ, ਅਸੀਂ ਅੱਗੇ ਆਉਣਾ ਚਾਹੁੰਦੇ ਹਾਂ। ਅੱਜ ਦੇ ਬਿਆਨ ਤੋਂ ਪਤਾ ਲੱਗ ਗਿਆ, ਮਾਈਕ ਸਾਹਿਬ ਕਹਿ ਰਹੇ ਨੇ, ਫੈਂਸ ਮਾਈਕ ਸਾਹਿਬ ਨੇ ਕਹਿਤਾ ਕਿ ਮੈਂ ਅੱਗੇ ਆਊਂਗਾ, ਇਹਨਾਂ ਨੂੰ ਥੋੜ੍ਹਾ ਜਿਹਾ ਪਿਛਲੀ ਲਾਈਨ 'ਤੇ ਲੈ ਆਓ। ਹੁਣ ਇਸੇ ਕਰਕੇ ਵੱਡੀ ਸੀਟ ਦੀ ਲੜਾਈ ਹੈ, ਕਿਉਂਕਿ ਪ੍ਰੈਜ਼ੀਡੈਂਟ ਆਫ USA ਹੋਣਾ ਕੋਈ ਛੋਟੀ ਗੱਲ ਨਹੀਂ, ਔਰ ਸੁਪਰ ਕੰਟਰੀ ਦਾ ਜਿਹੜਾ ਪ੍ਰੈਜ਼ੀਡੈਂਟ ਹੋਣਾ। ਉੱਥੇ ਵੀ ਐਕਚੁਅਲੀ ਲਾਅ ਇਜਾਜ਼ਤ ਨਹੀਂ ਦਿੰਦਾ ਕਿ ਹੋਰ ਕੋਈ ਪਾਰਟੀ ਤੀਸਰਾ ਆਲਟਰਨੇਟਿਵ ਹੋਵੇ, 2 ਹੀ ਪਾਰਟੀਆਂ ਰਹਿਣਗੀਆਂ। ਉੱਥੇ ਵੀ ਕਈ ਵਾਰੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ ਕਿ ਤੀਜਾ ਫਰੰਟ ਹੋਣਾ ਚਾਹੀਦਾ। ਜਿਵੇਂ ਇੱਥੇ ਆਮ ਆਦਮੀ ਪਾਰਟੀ ਆਈ ਹੈ, ਇੱਥੇ ਪਹਿਲਾਂ BJP ਤੇ ਕਾਂਗਰਸੀ ਸੀ, ਪਰ ਥਾਂ ਦੇ ਉੱਤੇ ਬੜੀਆਂ ਲੋਕਲ ਪਾਰਟੀਆਂ ਨੇ, ਔਰ ਇੱਕ ਥਾਂ ਨਾਲ ਚੰਗਾ ਵੀ ਹੈ। ਇੰਨੀਆਂ ਲੋਕਲ ਦੇ ਲੋਕ ਸਿਆਣੇ ਲੋਕ ਕਹਿੰਦੇ ਵੀ ਤੀਜਾ ਰਲਿਆ ਤੇ ਝੁੱਗਾ ਗਲਿਆ, ਉਹ ਗੱਲ ਉਹ ਤਾਂ ਚੰਗੇ ਪਰ ਚੱਲ ਰਹੇ। ਇਕੱਲਾ 2 ਭਲਾ, ਤੀਜਾ ਰਲਿਆ ਤੇ ਝੁੱਗਾ ਗਲਿਆ, ਇਹ ਬਜ਼ੁਰਗ ਕਹਿੰਦੇ ਰਹੇ ਨੇ। ਜ਼ਿਆਦਾ ਪਾਰਟੀਆਂ ਦਾ ਮਤਲਬ ਹੈ ਕਿ ਜ਼ਿਆਦਾ ਕੈਟਾਗਰੀਜ਼ ਦੇ ਵਿੱਚ ਲੋਕਾਂ ਦਾ ਵੰਡਿਆ ਜਾਣਾ, ਔਰ ਇਹ ਜਿੰਨੀਆਂ ਪਾਰਟੀਆਂ ਹੋਣਗੀਆਂ ਉਨੀਆਂ ਸੋਚਾਂ ਹੋਣਗੀਆਂ, ਔਰ ਉਨੇ ਲੋਕਾਂ ਦੇ ਵਿੱਚ ਡਿਵੀਜ਼ਨ ਹੋ ਜਾਏਗੀ, ਜੋ ਕਿ ਸਟੇਟ ਵਾਸਤੇ, ਕੰਟਰੀ ਵਾਸਤੇ ਠੀਕ ਨਹੀਂ। 2 ਦੇ ਵਿੱਚ ਹੈਗੇ ਠੀਕ ਹੈ, ਮਤਲਬ 50-50 ਆਪਾਂ ਲੈ ਕੇ ਚੱਲ ਪਈਏ, 60-40 ਲੈ ਕੇ ਚੱਲ ਪਈਏ, ਜੋ ਵੀ ਹੈ 2 ਧੜੇ ਹੋਣ ਠੀਕ ਹੈ, ਉੱਦਾਂ ਹੀ ਹਰ ਥਾਂ 'ਤੇ ਹੋਏ ਤਾਂ ਠੀਕ ਹੈ। ਬਟ ਇਹ ਆਲਟਰਨੇਟਿਵਸ ਹਰ ਬੰਦਾ ਉੱਠ ਕੇ ਆਪਣੀ ਪਾਰਟੀ ਬਣਾ ਲੈਂਦਾ ਤਾਂ ਉਨੀ ਸੋਚ ਵੰਡੀ ਜਾਂਦੀ ਹੈ। ਔਰ ਕਈ ਵਾਰ ਤੇ ਲੋਕ ਮਜ਼ਾਕ 'ਚ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ 2 ਸੌਫਟ ਡਰਿੰਕਸ ਨੇ, ਆਈਦਰ ਗੋ ਫॉर ਕੋਕ ਔਰ ਫॉर ਪੈਪਸੀ। ਤਾਂ 2 ਪਾਰਟੀਆਂ ਨੇ, ਡੈਮੋਕ੍ਰੇਟ ਐਂਡ ਰਿਪਬਲਿਕਨ ਨੇ। ਬਾਕੀ ਜਿਹੜੀ ਸੁਪਰ ਕੰਟਰੀ, ਜਿਹੜੀ ਵੱਡੀ ਕੰਟਰੀ ਇਹਨਾਂ 'ਚ ਮਲਟੀ ਪਾਰਟੀ ਸਿਸਟਮ ਹੈ ਹੀ ਨਹੀਂਗਾ। ਚੰਗਾ ਹੈ, ਡਿਵੈਲਪਿੰਗ ਕੰਟਰੀ 'ਚ ਲੜਾਈ ਝਗੜਾ ਉਹਦੇ 'ਚ ਹਰ ਬੰਦਾ ਉਧਰ ਚਾਹੁੰਦਾ, ਚੌਥਾ ਬੰਦਾ ਆਪਣੀ ਪਾਰਟੀ ਬਣਾ। ਇੱਕ ਪਾਰਟੀ 'ਚ ਨਿਕਲਿਆ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨਿਕਲੇ ਨੇ, ਤਾਂ ਉਹਨਾਂ ਨੇ ਲੋਕ ਕਾਂਗਰਸ ਬਣਾ ਲਈ ਹੈ। ਹੁਣ ਉਹ ਮਰਜ ਕਰਕੇ ਬਹਿ ਗਏ ਨੇ। ਜਾਖੜ ਸਾਹਿਬ ਨਿਕਲੇ ਨੇ, ਇਹਨਾਂ ਨੂੰ ਵੀ ਬਣਾ ਲੈਣੀ ਹੈ। ਜਿੰਨੇ ਵੀ ਆ, ਕੋਈ ਜਾਂ ਤਾਂ BJP 'ਚ ਰਲ ਜਾਂਦਾ ਜਾਂ ਆਪਣੀ ਪਾਰਟੀ ਬਣਾ ਕੇ ਬਹਿ ਜਾਂਦਾ। ਇੱਥੇ ਇੱਦਾਂ ਦਾ ਹੈਗਾ, ਪਰ ਮੇਰੇ ਖਿਆਲ ਨਾਲ ਇਹਨਾਂ ਨੂੰ ਇੱਕ ਸਖਤ ਕਾਨੂੰਨ ਬਣਾਉਣਾ ਚਾਹੀਦਾ ਕਿ ਇੱਕ ਪਾਰਟੀ 'ਚੋਂ ਨਿਕਲ ਕੇ ਬੰਦਾ ਜਾਂਦਾ, ਦੂਜੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ ਜਾਂ ਪਾਰਟੀ ਕ੍ਰੀਏਟ ਨਾ ਕਰੇ, ਤਾਂ ਦੇ ਦੇਸ਼ ਦਾ ਕੁਝ ਨਾ ਕੁਝ ਹੱਲ ਹੋਣਾ। ਇਹ ਤਾਂ ਹਰ ਬੰਦਾ ਪਾਰਟੀ ਬਣਾ ਲੂਗਾ। ਹੁਣ ਜਿੱਦਾਂ ਤੁਸੀਂ ਕਹਿ ਰਹੇ ਕਿ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਵੀ ਮੰਤਰੀ ਜਾਂ ਕੋਈ ਮੁੱਖ ਮੰਤਰੀ ਬਣ ਸਕਦੇ, ਤੇ ਪਾਰਟੀ ਬਣਾ ਲਾਂਗੇ, ਰਜਿਸਟ੍ਰੇਸ਼ਨ ਹੀ ਹੋਣੀ ਆ। ਉਸ ਬੰਦੇ ਤੁਹਾਡੇ ਨਾਲ ਕਿਤੇ ਆਪਣੀ ਪਾਰਟੀ ਫਰੇਮ ਕਰਕੇ ਬਹਿ ਗਏ। ਇੱਥੇ ਹਾਸਾ ਬਣ ਗਿਆ ਪਾਰਟੀ, ਇੱਥੇ ਸੀਰੀਅਸਨੈਸ ਨਹੀਂ ਇਸ ਗੱਲ 'ਤੇ ਹੈਗਾ, ਕੋਈ ਸੂਝਵਾਨ ਇਸ ਗੱਲ ਨਹੀਂ ਹੁੰਦਾ। ਨਹੀਂ ਤਾਂ ਨੈਸ਼ਨਲ ਕਾਂਗਰਸ ਰਹੀ ਹੈ ਪਹਿਲੋਂ, ਚਲੋ ਅਕਾਲੀ ਦਲ ਵੀ ਰੀਜਨਲ ਪਾਰਟੀ ਰਹੀ ਹੈ, BJP NDA ਵੱਡੀ ਪਾਰਟੀ ਹੈਗੀ ਆ। ਹੁਣ 36 ਪਾਰਟੀਆਂ ਹੋਰ ਵੀ ਤੁਰੀਆਂ ਫਿਰਦੀਆਂ, ਕਿੰਨਾ ਕੁਝ। ਨੈਸ਼ਨਲ ਕਾਂਗਰਸ ਤੋਂ ਕਾਂਗਰਸ ਆਈ ਬਣੀ, ਉਹ ਸ਼ਰਦ ਪਵਾਰ ਕਾਂਗਰਸ ਅਲੱਗ ਬਣ ਗਈ। ਉਵੇਂ ਇੱਥੇ ਸ਼੍ਰੋਮਣੀ ਅਕਾਲੀ ਦਲ, ਇੱਕ ਸ਼੍ਰੋਮਣੀ ਅਕਾਲੀ ਦਲ ਮਾਨ ਬਣ ਗਿਆ, ਬਾਦਲ ਗਰੁੱਪ ਬਣ ਗਿਆ, ਕਈ ਕੁਝ ਹੋ ਗਿਆ। ਹਰ ਬੰਦੇ ਨੇ ਕਨਫਿਊਜ਼ਨ, ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੋਟ ਕਿੱਧਰ ਪਾਉਣੀ ਹੈ। ਬਿਲਕੁਲ। ਸੋ ਇਹ ਥੋੜਾ ਸਿਸਟਮ ਨੂੰ ਸੰਭਾਲ ਕੇ ਰੱਖਿਆ ਹੋਇਆ ਅਮਰੀਕਾ ਦੇ ਵਿੱਚ ਕਿ ਠੀਕ ਹੈ 2 ਪਾਰਟੀ ਉਹ ਬਚੇ ਇਸੇ ਕਰਕੇ। ਸੋ ਉਹਨਾਂ ਨੂੰ ਪਤਾ ਚੁਆਇਸ 2 ਚੁਆਇਸ ਨਹੀਂ ਹੈਗੀਆਂ, ਤੀਜੀ ਚੁਆਇਸ ਕੋਈ ਨਹੀਂ ਹੈਗੀ। ਨਹੀਂ ਤਾਂ ਲੋਕਾਂ ਨੇ ਤਾਂ ਕਹਿਣਾ ਉੱਥੇ ਰੌਲਾ ਤਦ ਨਹੀਂ ਪੈਂਦਾ, ਚੁੱਪ ਕਰਕੇ ਸਾਰਾ ਕੁਝ ਹੋ ਜਾਂਦਾ। 2024 ਆ ਗਿਆ, ਤੁਸੀਂ ਦੇਖੋਗੇ ਬੜਾ ਸਮੂਥਲੀ ਸਾਰਾ ਕੁਝ ਹੋ ਜਾਣਾ। ਅਤੇ ਪ੍ਰੈਜ਼ੀਡੈਂਟ ਜਿਹਨੇ ਬਣਨਾ ਇਹਨਾਂ ਦੋਵਾਂ 'ਚੋਂ ਬਣੂਗਾ, ਜਿਹਨੇ ਤਾਂ ਟਰੰਪ ਸਾਹਿਬ ਪਿੱਛੇ ਆ ਜਾਣਗੇ, ਹੋਰ ਬਣ ਜਾਣਾ ਬਸ। ਉਹ ਹੈਗਾ ਨਵਾਂ ਬੰਦਾ ਆ ਜਾਊਗਾ। ਬਰਾਕ ਓਬਾਮਾ ਨੇ ਬਹੁਤ ਅੱਛੇ ਤਰੀਕੇ ਨਾਲ ਰਾਜ ਕੀਤਾ, ਬਹੁਤ ਵਧੀਆ ਕੀਤਾ, ਕੋਈ ਆਲੋਚਨਾ ਨਹੀਂ ਹੋਈ ਇਹਦੀ, ਔਰ ਇਹਨਾਂ ਸਮੂਥਨੈਸ ਉਹਨੇ ਦਿਖਾਈ ਹੈ ਬੜਾ ਅੱਛਾ, ਕਿਉਂਕਿ ਉਹਦੇ ਪਿੱਛੇ ਯੂਥ ਬਹੁਤ ਸੀਗੇ। ਇਸੇ ਤਰ੍ਹਾਂ ਇਹਨਾਂ ਪਾਰਟੀਆਂ ਦੇ ਪਿੱਛੇ ਵੀ ਲੋਕ ਹੈਗੇ। ਪਾਪੂਲਰਿਟੀ ਤਾਂ ਉਨੀ ਆ, ਕਈ ਵਾਰੀ ਮੀਡੀਆ ਦੇ ਵਿੱਚ ਆ ਕੇ ਸਾਨੂੰ ਪਤਾ ਲੱਗਦਾ ਮੈਨ ਟੂ ਮੈਨ ਲੋਕ ਇਹਨਾਂ ਨੂੰ ਚੰਗਾ ਸਮਝਦੇ ਆ। ਅਗਲਾ ਦੇਖੋ ਕੀ ਹੈਗਾ ਹੁਣ ਆਪਣੇ ਕੋਲ। ਜੀ ਹੁਣ ਆਪਾਂ ਅੱਗੇ ਵਧਦੇ ਹਾਂ। ਜੀ ਇਹ ਇੰਟਰਸਟਿੰਗ ਸਬਜੈਕਟ ਸੀ, ਅੱਛਾ ਸੀ ਸਾਰੇ ਦੇਸ਼ਾਂ ਦਾ। ਇਹਦੇ 'ਚ ਲੋਕ ਇਹਦੇ ਦੁਆਲੇ ਘੁੰਮ ਰਹੇ, ਸਾਰੇ ਲੋਕਾਂ ਦਾ ਧਿਆਨ ਹੈ ਇਹਦੇ ਵੱਲ। ਹੁਣ ਅਗਲਾ ਮਸਲਾ ਆਪਾਂ ਲੈਂਦੇ ਹਾਂ ਕਿਸਾਨਾਂ ਦਾ, ਕਿਉਂਕਿ ਕਿਸਾਨਾਂ ਦਾ ਆਪਾਂ ਅੰਦੋਲਨ ਵੀ ਦੇਖਿਆ, ਬਹੁਤ ਲੰਬਾ ਚੱਲਿਆ, ਸਾਲ ਤੋਂ ਉੱਤੇ ਚੱਲਿਆ, 1.5 ਸਾਲ ਦੇ ਕਰੀਬ। ਔਰ ਇੱਧਰ CM ਮਾਨ ਦੀ ਕੋਠੀ ਦੇ ਬਾਹਰ ਵੀ ਧਰਨਾ ਲੱਗਾ। ਵੱਖਰੀ ਗੱਲ ਹੈ ਕਿ ਹਜੇ ਤੱਕ ਉਹ ਮੰਗਾਂ ਨਹੀਂ ਮੰਨੀਆਂ ਗਈਆਂ, ਸਾਲ ਤੋਂ ਉੱਤੇ ਹੋ ਗਿਆ ਜਿਹੜੀਆਂ ਮੰਗਾਂ ਦਾ ਵਾਅਦਾ ਕੀਤਾ ਗਿਆ ਸੀ। ਹੁਣ 26 ਨਵੰਬਰ ਨੂੰ ਰਾਜ ਭਵਨ ਵੱਲ ਕਹਿੰਦੇ ਨੇ ਕਿ ਇੱਕ ਹੋਰ ਮਾਰਚ ਕੀਤੀ ਜਾਵੇ। ਉਹ ਵੀ ਪ੍ਰੈਸ਼ਰ ਗਰੁੱਪ ਬਣਾ ਕੇ ਚੱਲਣਾ ਚਾਹੁੰਦੇ ਨੇ ਕਿ ਦੇਸ਼ ਦੀ ਰਾਜਨੀਤੀ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਔਰ ਉਹ ਸਾਰੀਆਂ ਮੰਗਾਂ, ਉਹ ਸਾਰੀਆਂ ਗੱਲਾਂ ਮਨਵਾਈਆਂ ਜਾਣ ਜੋ ਸਟੇਟ ਨੇ ਵਾਅਦਾ ਕੀਤਾ। ਹਾਂ, ਸੰਯੁਕਤ ਕਿਸਾਨ ਮੋਰਚਾ ਜਿਹੜਾ ਇਕੱਠਾ ਹੋ ਗਿਆ, ਉਹਨਾਂ ਨੇ ਬੜਾ ਯੂਨਾਈਟਲੀ ਇਹ ਅਨਾਉਂਸ ਕਰ ਦਿੱਤਾ ਕਿ ਅਸੀਂ ਖਾਸ ਤੌਰ 'ਤੇ ਜਿਹੜੀ ਸਾਡੀਆਂ ਪੈਂਡਿੰਗ ਮੰਗਾਂ ਵਾ ਉਹਨਾਂ 'ਤੇ ਅਸੀਂ ਧਰਨਾ ਦੇਵਾਂਗੇ। ਉਹਨਾਂ ਨੇ 6 ਥਾਵਾਂ 'ਤੇ ਪੰਜਾਬ 'ਚ ਤੱਕ ਲਾਗੂ ਹੋ ਗਿਆ, ਸ਼ੁਰੂ ਕਰ ਦਿੱਤਾ ਇਹਨਾਂ ਨੇ ਕੱਲ੍ਹ ਪਰਸੋਂ ਦਾ। ਔਰ ਭੰਡਾਰੀ ਪੁਲ ਅੰਮ੍ਰਿਤਸਰ ਵੀ ਇਹਨਾਂ ਨੇ ਉੱਥੇ ਰੋਕ ਲਈ ਟ੍ਰੈਫਿਕ, ਔਰ ਸਾਰੀਆਂ ਗੱਡੀਆਂ ਰੋਕੀਆਂ ਗਈਆਂ ਔਰ ਬੜਾ ਲੋਕਾਂ ਨੂੰ ਨੁਕਸਾਨ ਹੋਇਆ, ਜਿਹੜੇ ਆਵਾਜਾਈ ਆ ਲੋਕਾਂ ਦੀ ਰੁਕ ਜਾਂਦੀ ਹੈ। ਔਰ ਉਹਦੇ ਵਿੱਚ ਹੁਣ ਇਹਨਾਂ ਨੇ ਰਾਜ ਭਵਨ ਨੂੰ ਜਾਣ ਲਈ ਸਾਰੇ ਦੇਸ਼ ਦੇ ਵਿੱਚ ਯੂਨਾਈਟਲੀ ਅਨਾਉਂਸ ਹੋ ਗਿਆ ਕਿ 26
ਨਵੰਬਰ ਨੂੰ ਅਸੀਂ ਇਹ ਘੇਰ ਲਾਂਗੇ ਸਾਰਾ ਕੁਝ ਜਾ ਕੇ ਮਾਰਚ ਕਰਕੇ, ਉੱਥੇ ਕੋਈ ਕਾਰਵਾਈ ਨਹੀਂ ਹੋਣ ਦੇਵਾਂਗੇ। ਔਰ ਜਿਸ ਤਰ੍ਹਾਂ ਅੱਜ ਮੀਟਿੰਗ ਚੱਲ ਰਹੀ ਹੈ ਵਿਧਾਨ ਸਭਾ 'ਚ, ਅਸੈਂਬਲੀ ਦੀ ਮੀਟਿੰਗ ਇਹਨਾਂ ਦੀ ਆਪਣੀ ਚੱਲ ਰਹੀ ਹੈ, ਉਹ 'ਚ ਉਹਨਾਂ ਨੇ ਇਹ ਡਿਸਾਈਡ ਕਰਨਗੇ ਕਿ ਇਹਦੇ ਵਿੱਚ ਕੀ ਕਰਨਾ ਕੀ ਹੋਣਾ। 11 ਵਜੇ ਤੋਂ ਸ਼ੁਰੂ ਹੋ ਗਈ, ਜਿਸ 'ਚ ਮੁੱਖ ਮੰਤਰੀ ਆਪ ਉਹਨੂੰ ਕਰ ਰਹੇ ਆ ਸਾਰਾ ਉਹਦੇ ਵਿੱਚ ਕਾਰਵਾਈ, ਔਰ ਇਸ ਕਾਰਵਾਈ ਤੋਂ ਪਤਾ ਲੱਗੂਗਾ ਕਿ ਹੁਣ ਅੱਗੇ ਇਹ ਕੀ ਕਰਨਾ। ਪਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਇਸ ਵੇਲੇ ਜ਼ਿਆਦਾ ਨੇ, ਇਹਦੇ ਵਿੱਚ ਬਹੁਤ ਮੰਗਾਂ ਹੋ ਗਈਆਂ, ਕਿਉਂਕਿ ਅੱਗੇ ਤਾਂ ਇਹਨਾਂ ਦਾ ਸੀਗਾ ਨਾ ਜਿਹੜੇ 3 ਕਾਨੂੰਨ ਸੀਗੇ ਉਹਨਾਂ ਨੇ ਕਰਤੇ। ਕੱਲ੍ਹ 19 ਤਰੀਕ ਨੂੰ ਫਤਿਹ ਦਿਵਸ ਆ, ਫਤਿਹ ਦਿਵਸ ਦੇ ਤੌਰ 'ਤੇ ਮਨਾ ਰਹੇ ਆ, ਪਰ ਐਤਕੀ ਜਿਹੜੀਆਂ ਇਹਨਾਂ ਨੇ ਕਿਹਾ ਕਿ ਇੱਕ ਤਾਂ ਜਿਹੜੇ ਉਹਦੇ ਵਿੱਚ ਮਾਰੇ ਗਏ ਸੀ ਕਿਸਾਨ, ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦੇਣੀ ਚਾਹੀਦੀ ਹੈ, ਦੂਜੀ ਉਹਨਾਂ ਦੇ ਜਿਹੜੀ ਵਾਈਫ ਆ ਉਹਨਾਂ ਨੂੰ ਪੈਨਸ਼ਨ ਦੇਣੀ ਚਾਹੀਦੀ ਹੈ, ਤਾਂ ਕਿ ਉਹਨਾਂ ਦਾ ਘਰ ਦੁਬਾਰਾ ਸ਼ੁਰੂ ਹੋ ਜਾਏ। ਬਾਕੀ ਜਿਨ੍ਹਾਂ 'ਤੇ ਰਜਿਸਟਰਡ ਹੋਏ ਕੇਸ ਉਹ ਵਾਪਸ ਲੈ ਜਾਣੇ ਚਾਹੀਦੇ ਆ, ਜਿਨ੍ਹਾਂ 'ਤੇ FIR ਲੌਜ ਹੋਈ ਹੈ। ਤੀਜਾ MSP ਜਿਹੜੀ ਹੈਗੀ ਸਮਰਥਨ ਮੁੱਲ ਉਹਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਅਜੇ ਤੱਕ ਹੋਇਆ ਨਹੀਂ, ਉਹਦੀ ਕਮੇਟੀ ਬਣਾਈ ਸੀ ਇਹਨਾਂ ਨੇ, ਕਮੇਟੀ ਕਹਿੰਦੇ ਉਹ ਹਵਾ 'ਚ ਉੱਡ ਗਈ, ਨਹੀਂ ਆਏ ਉਹਦੇ 'ਚ। ਅਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਡਾ ਕਿ ਰਿਪਰੈਜ਼ੈਂਟੇਟਿਵ ਲੈਣਾ ਸੀਗਾ, ਪ੍ਰਤੀਨਿਧ ਲੈਣਾ ਸੀ, ਉਹ ਲਿਆ ਹੀ ਨਹੀਂ ਗਾ। ਔਰ ਇਹਨਾਂ ਨੇ ਪਾ ਲਾ ਕੇ 6-7 ਮੰਗਾਂ ਹੈਗੀਆਂ, ਉਹਨਾਂ ਨੇ ਕਿਹਾ ਉਹਨਾਂ ਨੂੰ ਪੂਰਾ ਕਰੋਗੇ, ਅਸੀਂ ਪਿਛਾਂ ਤਦ ਮੋੜਨਾ ਨੇ ਅਤੇ ਐਤਕੀ ਪੂਰਾ ਕਰਾਂਗੇ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਫਤਿਹ ਦਿਵਸ ਦਾ ਤਾਂ ਇਹ ਕਰਕੇ ਮਨਾ ਰਹੇ ਹਾਂ ਕਿ ਉਹਦੇ ਵਿੱਚ ਅਸੀਂ ਜੇਤੂ ਹੋਏ, ਅਸੀਂ ਜੋ ਕੁਛ ਚਾਹੁੰਦੇ ਸੀ ਸਾਨੂੰ ਮਿਲ ਗਿਆ। ਪਰ ਸਾਨੂੰ ਇਹ ਨਹੀਂ ਪਤਾ ਆਉਂਦੇ ਲੱਗ ਰਿਹਾ ਕਿ ਚਾੜਨੀ ਸਾਹਿਬ ਨੇ ਔਰ ਸੰਯੁਕਤ ਮੋਰਚੇ ਦੇ ਰਾਵਤ ਸਾਹਿਬ ਜਿਹੜੇ ਪ੍ਰਧਾਨ ਨੇ, ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਹੁਣ ਐਤਕੀ ਜੋ ਕੁਝ ਮਨਾਉਣਾ ਹੈਗਾ ਤਰੀਕੇ ਨਾਲ ਮਨਾ ਲਾਂਗੇ, ਕਿਉਂਕਿ ਸਰਦੀਆਂ ਦਾ ਮੌਸਮ ਆ ਗਿਆ, ਸੜਕਾਂ 'ਤੇ ਫਿਰ ਸਾਡੇ ਕੋਲ ਇੰਨਾ ਬੈਠਾ ਨਹੀਂ ਜਾਣਾ, ਬਿਮਾਰ ਫਿਰ ਹੋਣਗੇ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਐਤਕੀ ਹੁਣ ਫਿਰ ਕੁਝ ਮਰ ਸਕਦੇ ਆ, ਬੁੜੇ ਨੇ ਕੁਝ ਲੋਕ ਜਾ ਕੇ, ਬਜ਼ੁਰਗ ਵੀ ਹੈਗੀਆਂ ਔਰਤਾਂ, ਉਹ ਵੀ ਵਿਚਾਰੇ ਭੁੱਖੇ ਭਾਣੇ ਮਰ ਸਕਦੇ ਆ, ਫਿਰ ਅਸੀਂ ਕਲੇਮ ਕਰਾਂਗੇ ਸਾਰਾ ਕੁਝ। ਔਰ ਇਹ ਬਹੁਤ ਵੱਡਾ ਰਿਸਕ ਹੈਗਾ ਇਸ ਵੇਲੇ, ਕਿਉਂਕਿ ਇਹਨੂੰ ਫਿਰ ਜੇ ਇਹਨਾਂ ਨਾ ਡਿਸਾਈਡ ਕੀਤਾ, ਜੇ ਉੱਥੇ ਲੋਕ ਸਭਾ 'ਚ ਨਾ ਗੱਲਬਾਤ ਹੋਈ, ਕਿਉਂਕਿ ਕੇਂਦਰ ਦੇ ਨਾਲ ਕੁਝ ਮੁੱਦੇ ਮੇਲ ਖਾਂਦੇ ਆ, ਔਰ ਜੇ ਨਾ ਹੋਇਆ ਤਾਂ ਲੰਬਾ ਸਮਾਂ ਹੋ ਜਾਊਗਾ। ਕਿਉਂਕਿ ਇਸ ਵੇਲੇ ਪੰਜਾਬ ਦੇ ਲੋਕ ਜਿਹੜੀ ਆਮ ਜਨਤਾ ਵੀ ਨਾਰਾਜ਼ ਹੈ, ਇਸ ਕਰਕੇ ਨਾਰਾਜ਼ ਹੈ ਕਿ ਜਿਹੜੇ ਉਹਨਾਂ ਦੇ ਜ਼ਰੂਰੀ ਕੰਮ ਰੁਕ ਜਾਂਦੇ ਆ। ਰੋਜ਼ ਦਿਹਾੜੀ ਧਰਨਾ ਵੀ ਚੰਗਾ ਨਹੀਂ ਹੈਗਾ, ਜੇ ਸਰਕਾਰ ਨੂੰ ਚਾਹੀਦਾ ਕਿ ਉਹ ਮੌਕੇ ਸਿਰ ਇਹਨਾਂ ਦਾ ਫੈਸਲਾ ਕਰ ਦੇਣ। ਦੂਜਾ ਕਿਸਾਨਾਂ ਨੂੰ ਇਹ ਚਾਹੀਦਾ ਕਿ ਉਹਨਾਂ ਨੂੰ ਆਪਣੇ ਰਿਪਰੈਜ਼ੈਂਟੇਟਿਵ ਜਿਹੜੇ ਉਹਨਾਂ ਦੇ ਮੁਖੀ ਹੈਗੇ 5-7-10 ਬੰਦੇ, ਉਹਨਾਂ ਨੂੰ ਅੱਗੇ ਲਾਉਣ। ਹੁਣ ਹਜੂਮ ਦਾ ਸੜਕਾਂ ਨੂੰ ਘੇਰਨਾ ਇਹ ਵੀ ਕੋਈ ਬਹੁਤਾ ਜਿਹੜਾ ਸੂਝਵਾਨ ਲੋਕਾਂ ਦਾ ਜਾਂ ਚੰਗੇ ਦੇਸ਼ ਦੇ ਵਸਨੀਕਾਂ ਦਾ ਕੰਮ ਨਹੀਂ ਹੈਗਾ ਕਿ ਰੋਜ਼ ਦਿਹਾੜੀ ਭਾਂਬੜ ਮਚਾ ਕੇ ਬਹਿ ਜਾਓ। ਅੱਗੇ ਸਰਦੀ ਆ ਰਹੀ ਹੈ ਔਰ ਉਹਦੇ ਵਿੱਚ ਤੁਸੀਂ ਬਜ਼ੁਰਗ ਬੈਠੇ ਨੇ, ਕੱਲ੍ਹ ਵਿਚਾਰੇ ਕੋਈ ਸਰਦੀ ਨਾਲ ਉਹਨਾਂ ਦਾ ਜਾਨ ਦਾ ਨੁਕਸਾਨ ਹੋ ਜਾਏ, ਮਾਲੀ ਨੁਕਸਾਨ ਹੋ ਜਾਏ ਘਰ ਦਾ। ਐਗਜ਼ੈਕਟਲੀ, ਮੈਂ ਨਾ ਐਕਚੁਅਲੀ ਇਹ ਗੱਲ ਸੋਚਦਾ ਜੀ, ਤੁਸੀਂ ਸਾਰਾ ਕੁਝ ਐਕਸਪਲੇਨ ਤੇ ਕਰ ਦਿੱਤਾ, ਇਹਦੇ ਵਿੱਚ ਕੋਈ ਡਿਸਕਸ਼ਨ ਵਾਲੀ ਗੱਲ ਹੈ ਵੀ ਨਹੀਂ ਹੈ। ਗੱਲ ਇਹ ਹੈ ਕਿ ਜਦੋਂ ਤੁਸੀਂ ਵਾਅਦਾ ਕੀਤਾ, ਮੰਗਾਂ ਦੇ ਉੱਤੇ ਕੰਸੀਡਰ ਕੀਤਾ, ਹੁਣ ਉਹ ਮੰਗਾਂ ਮੰਨਦੇ ਕਿਉਂ ਨਹੀਂ? ਹੁਣ ਉਹ ਗਿੱਲਾ ਪੀਣ ਕਿਉਂ ਪਾਇਆ? ਬਿਲਕੁਲ ਸਹੀ ਗੱਲ, ਗਿੱਲਾ ਪੀਣ ਵਧੀਆ ਗੱਲ ਇਹ ਹੈ ਕਿ ਤੁਸੀਂ ਕਿਸਾਨਾਂ ਨੂੰ ਤੰਗ ਕਰਦੇ ਪਏ ਹੋ। ਔਰ ਜਦੋਂ ਤੁਸੀਂ ਜਾਣਦੇ ਹੋ ਕਿ ਜੇ ਕਿਸੇ ਦੇਸ਼ ਦੀ ਕਿਸਾਨੀ, ਜੇ ਕਿਸੇ ਦੇਸ਼ ਦਾ ਐਗਰੀਕਲਚਰ ਇਕਨੋਮੀ ਜੇ ਕਿਤੇ ਕਮਜ਼ੋਰ ਪੈ ਗਈ, ਤਾਂ ਹਰ ਇੰਡਸਟਰੀ ਪੂਰੇ ਦੇਸ਼ ਦੇ ਵਿੱਚ ਕਮਜ਼ੋਰ ਪੈ ਜਾਣੀ ਹੈ, ਹਰ ਪ੍ਰੋਫੈਸ਼ਨ ਕਮਜ਼ੋਰ ਪੈ ਜਾਣਾ, ਕਿਉਂਕਿ ਖੁਰਾਕ ਹੈ ਮੇਨ ਚੀਜ਼। ਐਗਰੀਕਲਚਰ ਨੂੰ ਬਿਜ਼ਨਸ ਬਣਾਓ, ਹਮੇਸ਼ਾ ਕਹਿੰਦੇ ਹੋ ਐਗਰੀਕਲਚਰ ਬਿਜ਼ਨਸ ਥੋੜਾ ਹੈ, ਐਗਰੀਕਲਚਰ ਲੋੜ ਹੈ, ਖੁਰਾਕ ਦੀ ਲੋੜ ਹੈ। ਹਾਂ, ਬਿਜ਼ਨਸ ਸੋਚਣਾ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹਦੇ ਵਾਸਤੇ ਪ੍ਰੋਪਰ ਮਾਰਕੀਟ ਹੋਣੀ ਚਾਹੀਦੀ ਹੈ, ਕਿਸਾਨਾਂ ਨੂੰ ਸਹੀ ਮੁੱਲ ਮਿਲ ਸਕੇ, ਬੀਜ ਬੀਜਣ ਤੋਂ ਲੈ ਕੇ ਔਰ ਪੂਰੀ ਫਸਲ ਨੂੰ ਮੰਡੀ ਤੱਕ ਪਹੁੰਚਾਉਣ ਤੱਕ ਇੱਕ ਪੂਰਾ ਸਿਸਟਮੈਟਿਕ ਸਟਰਕਚਰ ਹੋਣਾ ਚਾਹੀਦਾ। ਇਹੀ ਗੱਲ ਹੈ ਨਾ ਬਿਜ਼ਨਸ ਦੀ ਸੋਚ। ਹੋਰ ਇਹ ਥੋੜਾ ਕਿ ਉੱਥੋਂ ਤੁਸੀਂ ਜਿਵੇਂ ਬਾਕੀ ਇੰਡਸਟਰੀਆਂ ਦੇ ਵਿੱਚ ਬਿਜ਼ਨਸ ਕਰਦੇ ਹੋ, ਤਾਂ ਐਗਰੀਕਲਚਰ ਦੇ ਵਿੱਚ ਤੁਸੀਂ ਬਿਜ਼ਨਸ ਕਰੋ ਕਿ ਲੋਕਾਂ ਨੂੰ ਖੁਰਾਕ ਦੀ ਲੋੜ ਹੈ, ਬਿਨਾਂ ਖੁਰਾਕ ਤੋਂ ਲੋਕ ਜਿਉਂਦੇ ਨਹੀਂ ਰਹਿ ਸਕਦੇ, ਇਸ ਕਰਕੇ ਜਿਵੇਂ ਮਰਜ਼ੀ ਕੀਮਤਾਂ ਵਧਾਈ ਜਾਓ, ਸਟੋਰ ਕਰੀ ਜਾਓ, ਜਿਵੇਂ ਕਰਨ ਲੱਗੇ ਸੀ ਕਾਰਪੋਰੇਟ ਦੇ ਹੱਥ ਵਿੱਚ ਸਾਰੀ ਖੇਤੀਬਾੜੀ ਦੇਣ ਲੱਗੇ ਸੀ, ਕਿਉਂਕਿ ਬਾਕੀ ਬਿਜ਼ਨਸ ਰਿਸੈਸ਼ਨ ਵਿੱਚ ਆ ਗਏ ਵਾਇਰਸ 19 ਕਰਕੇ, ਔਰ ਖੁਰਾਕ ਦੀ ਜ਼ਰੂਰਤ ਹੈ, ਇਸ ਕਰਕੇ ਖੇਤੀਬਾੜੀ ਕਦੀ ਰਿਸੈਸ਼ਨ ਵਿੱਚ ਆ ਨਹੀਂ ਸਕਦੀ, ਇਸ ਕਰਕੇ ਇਹਦੇ ਉੱਤੇ ਵੀ ਕਬਜ਼ਾ ਕਰ ਲਓ। ਹੁਣ ਤੁਸੀਂ ਦੇਖੋ ਸੇਬ ਜਿਹੜੇ ਨੇ ਕਸ਼ਮੀਰ ਤੋਂ ਆਉਂਦੇ ਨੇ, ਸਾਰੇ ਸਟੋਰ ਕੀਤੇ ਹੋਏ ਨੇ, ਔਰ ਇੰਨੀਆਂ ਮਹਿੰਗੀਆਂ ਕੀਮਤਾਂ ਦੇ, ਇੱਥੇ 20-30 ਰੁਪਏ ਕਿਲੋ ਮਿਲਦੇ ਸੀ, ਇਸ ਵਕਤ ਕੋਈ 100 ਰੁਪਏ ਤੋਂ ਕਿਲੋ ਤੋਂ ਘੱਟ ਨਹੀਂ ਹੈਗਾ। ਸਟੋਰ ਹੋ ਗਏ ਨਾ, ਸਟੋਰ ਕੀਤੇ, ਔਰ ਜਿਹੜੇ 100 ਰੁਪਏ ਕਿਲੋ ਵਾਲੇ ਆਉਂਦੇ ਪਏ ਨੇ ਉਹਨਾਂ 'ਚ ਰਸ ਨਹੀਂ ਹੈਗਾ, ਰਸ ਖਤਮ, ਕਿਉਂਕਿ ਸਟੋਰ 'ਚ ਕਿੰਨੀ ਦੇਰ ਪਏ ਰਹਿਣਗੇ, ਬਸ ਦਬਾ ਲਓ ਔਰ ਪੈਸੇ ਕਮਾਓ, ਸਪਲਾਈ ਘਟਾ ਦਿਓ, ਡਿਮਾਂਡ ਵਧੀ ਹੋਈ ਆ ਤਾਂ ਰੇਟ ਉੱਥੇ ਰੱਖਾਂਗੇ। ਤੁਸੀਂ ਪੈਸੇ ਕਮਾਉਣ ਪਿੱਛੇ ਲੋਕਾਂ ਨੂੰ ਸਹੀ ਚੀਜ਼ ਖਾਣ ਵੀ ਨਹੀਂ ਦਿੰਦੇ ਹੋ, ਮਤਲਬ ਕਿੰਨਾ ਕੁ ਕਮਾਉਣਾ ਚਾਹੁੰਦੇ ਹੋ? ਵੈਸੇ ਮੇਰੇ ਖਿਆਲ ਨਾਲ ਦੋਵਾਂ ਧਿਰਾਂ ਨੂੰ ਇਸ ਤਰੀਕੇ ਨਾਲ ਸੋਚਣਾ ਚਾਹੀਦਾ, ਜਿਸ ਤਰ੍ਹਾਂ ਤੁਸੀਂ ਅੱਗੇ ਗੱਲ ਕੀਤੀ ਆ ਕਿ ਇਹਨੂੰ ਪਿਆਰ ਨਾਲ ਜਾਂ ਇਕੱਠੇ ਹੋ ਕੇ ਆਪਣਾ ਮਸਲਾ ਹੱਲ ਕਰ ਲੈਣਾ ਚਾਹੀਦਾ। ਜਦੋਂ ਦੋ ਧਿਰਾਂ ਆਪੋ ਵਿੱਚ ਵਿਰੋਧਤਾ ਨਾਲ ਚੱਲਣਗੀਆਂ ਤਾਂ ਕੁਛ ਇਹਨਾਂ ਦੇ ਪੱਲੇ ਨਹੀਂ ਹੋਏਗਾ। ਇਸ ਕਰਕੇ ਨਹੀਂ ਪੱਲੇ ਪੈਣਾ ਕਿ ਦੇਖੋ ਜੇ ਕਿਸਾਨ ਕੋਈ ਕੰਮ ਕਰਨ ਵਾਲਾ ਬੰਦਾ ਜੇ ਸੜਕ 'ਤੇ ਬਹਿ ਗਿਆ ਨਾ, ਝਾੜ ਪੈਦਾਵਾਰ ਘਟ ਗਈ, ਕੁਛ ਨਹੀਂ ਹੋਣਾ, ਕਿਉਂਕਿ ਇਸ ਵੇਲੇ ਕਣਕਾਂ ਦੀ ਬਿਜਾਈਆਂ ਸ਼ੁਰੂ ਹੋ ਰਹੀਆਂ, ਝੋਨਾ ਕੱਟਿਆ ਗਿਆ,
ਔਰ ਝੋਨੇ ਨੂੰ ਮੰਡੀ ਤੱਕ ਲਿਆਉਣਾ ਹੈਗਾ, ਉਹਨੂੰ ਸੰਭਾਲਣਾ ਹੈਗਾ, ਉਹਦਾ ਪੈਸਾ ਲੈਣਾ ਹੈਗਾ। ਗੰਨਾ ਜਿਹੜਾ ਉਹ ਵੀ ਇਸ ਵੇਲੇ ਪੱਕਾ ਪਿਆ, ਉਹਨੂੰ ਵੀ ਉੱਤੇ ਰੱਖ ਕੇ ਗੁੜ ਬਣਾਉਣਾ, ਕਈ ਕੁਝ ਕਰਨਾ। ਕਿਸਾਨ ਦਾ ਕੰਮ ਤਾਂ ਨਹੀਂ ਮੁੱਕਦਾ। ਪਰ ਦੇਖੋ ਜੇ ਦਿਹਾੜੀਦਾਰ ਆ ਕੇ ਸੜਕ 'ਤੇ ਬਹਿ ਜਾਊਗਾ ਤਾਂ ਕੀ ਰੋਟੀ ਖਾਊਗਾ? ਜਿਹੜਾ ਕਿਰਤੀ ਕਿਸਾਨ, ਜਿਹੜਾ ਦੂਜਾ ਕਿਸਾਨਾਂ ਦਾ ਕੰਮ ਕਰਦਾ, ਉਹ ਕੀ ਖਾਊਗਾ? ਓਵਰਆਲ ਜੇ ਇਕੋਨਮੀ ਵੱਲ ਵੇਖੀਏ ਤਾਂ ਇਕੋਨਮੀ ਉੱਥੇ ਨਹੀਂ ਟਿਕਦੀ ਜਿੱਥੇ ਰਹਿਣੀ ਚਾਹੀਦੀ ਹੈ। ਇਸ ਕਰਕੇ ਨਹੀਂ ਹੈਗਾ ਕਿ ਇਹ ਜਿਹੜਾ ਕਿਸਾਨ ਹੈ ਇਕੋਨਮੀ ਨੂੰ ਬੂਸਟ ਕਰਨ ਵਾਲਾ ਇੱਕ ਬਹੁਤ ਵੱਡਾ ਕਮਿਊਨਿਟੀ ਹੈ। ਜੇ ਇਹ ਪਿੱਛੇ ਬਹਿ ਗਿਆ ਜਾਂ ਸੜਕਾਂ 'ਤੇ ਬਹਿ ਗਿਆ, ਧਰਨਿਆਂ 'ਤੇ ਬਹਿ ਗਿਆ ਤਾਂ ਕੁਝ ਨਹੀਂ ਬਚੂਗਾ। ਇਹ ਪੰਜਾਬ ਤਾਂ ਥੱਲੇ ਲੱਗੂਗਾ, ਪੂਰਾ ਦੇਸ਼ ਹੀ ਥੱਲੇ ਲੱਗ ਜੂਗਾ ਇਕੋਨਮੀ ਦੇ ਹਿਸਾਬ ਨਾਲ। ਜਦੋਂ ਜਿਣਸਾਂ ਨਹੀਂ ਆਉਣੀਆਂ, ਜਦੋਂ ਪੈਦਾਵਾਰ ਘਟ ਜਾਣੀਆਂ, ਸਾਰਾ ਕੁਝ ਹੋ ਜਾਣਾ। ਸਰਕਾਰ ਨੂੰ ਵੀ ਇਸ ਚੀਜ਼ ਦੇ ਵੱਲ ਧਿਆਨ ਦੇਣਾ ਚਾਹੀਦਾ। ਜਿਹੜੇ ਪੁਰਾਣੇ ਇਕੋਨਮਿਸਟ ਬੈਠੇ ਆ, ਸਕਾਲਰ ਬੈਠੇ ਆ, ਉਹਨਾਂ ਨੂੰ ਸੁਝਾਅ ਦੇਣਾ ਚਾਹੀਦਾ ਕਿ ਇਹਨੂੰ ਸੰਭਾਲ ਲਓ, ਨਹੀਂ ਤਾਂ ਬਿਲਕੁਲ ਫਿਰ ਅਸੀਂ ਉਸੇ ਗੁਲਾਮੀ 'ਚ ਆ ਜਾਵਾਂਗੇ। ਅੱਗੇ ਤਾਂ ਗੁਲਾਮੀ ਸਾਡੇ ਬਾਕੀ ਸਿਸਟਮ ਦੀ ਹੋਈ ਆ, ਹੁਣ ਗੁਲਾਮੀ ਸਾਡੇ ਪੇਟ ਦੀ, ਖਾਣ ਦੀ ਅਤੇ ਸਾਡੀ ਸਾਰੀ ਇਕੋਨਮੀ ਦੀ ਗੁਲਾਮੀ ਹੋ ਜੂਗੀ। ਫਿਰ ਅਸੀਂ ਮੰਗਾਂਗੇ ਜਿੱਦਾਂ ਕਿ ਅਮਰੀਕਾ ਕੋਲ ਕਣਕ ਆਉਂਦੀ ਰਹੀ, ਤਾਸ਼ਕੰਦ ਤੋਂ ਕਣਕ ਆਉਂਦੀ ਰਹੀ ਹੈ, ਰਸ਼ੀਆ ਤੋਂ ਆਉਂਦੀ ਰਹੀ ਹੈ। ਕਿਸੇ ਜ਼ਮਾਨੇ 'ਚ ਮੈਕਸੀਕਨ ਕਣਕ ਆਈ, ਫਿਰ ਲੋਕਾਂ ਦਾ ਥੋੜ੍ਹਾ ਬਹੁਤ ਧਿਰ ਭੱਜੀ ਹੈ। ਨਹੀਂ ਤਾਂ ਅੱਗੇ ਇੰਡੀਆ ਕੋਲ ਆਪਣੇ ਖਾਣ ਜੋਗੀ ਕਣਕ ਨਹੀਂ ਸੀ ਹੁੰਦੀ। ਕਿਸੇ ਜ਼ਮਾਨੇ 'ਚ ਲੋਕ ਚੌਲ ਹੀ ਖਾਂਦੇ ਸੀ, ਰੋਟੀ ਦਾ ਆਟਾ ਔਖਾ ਮਿਲਦਾ ਸੀਗਾ। ਫਿਰ ਮੱਕੀ ਆ ਗਈ, ਮੱਕੀ ਬੀਜੀ ਗਈ, ਲਾਲ ਮੱਕੀ ਜਾਂ ਚਿੱਟੀ ਮੱਕੀ ਆਈ। ਫਿਰ ਕਣਕ ਆ ਗਈ, ਕਣਕ ਲਾਲ ਰੰਗ ਦੀ ਸੀ ਪਹਿਲੋਂ, ਫਿਰ ਇਹ ਹੌਲੀ ਹੌਲੀ ਚਿੱਟੀ ਹੋ ਗਈ। ਪਹਿਲੋਂ ਵਡਾਣ ਕਣਕਾਂ ਸੀ, ਉਹਨਾਂ ਦਾ ਝਾੜ ਇੰਨਾ ਨਹੀਂ ਸੀ ਹੁੰਦਾ। ਹੁਣ ਬੇਸਿਕਲੀ ਪਾਪੂਲੇਸ਼ਨ ਤਾਂ ਅਸੀਂ 8 ਅਰਬ ਤੋਂ ਉਧਰ ਨੂੰ ਚਲੇ ਗਏ ਹਾਂ ਔਰ 17.7% ਅਸੀਂ ਦੇਤੀ ਪਾਪੂਲੇਸ਼ਨ ਹੋਰ। ਇਹਨਾਂ ਨੂੰ ਇੰਨਾ ਚਾਹੀਦਾ ਇਸ ਵੇਲੇ ਸੋਚਣਾ ਚਾਹੀਦਾ ਔਰ ਪੈਸਾ ਕਿੱਥੋਂ ਆਉਣਾ, ਰੋਟੀ ਕਿੱਥੋਂ ਆਉਣੀ ਹੈ ਅਤੇ ਕੱਪੜਾ ਕਿੱਥੋਂ ਆਉਣਾ, ਸੋਚਣ ਲਓ। ਬਿਲਕੁਲ। ਔਰ ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਕਿੱਥੇ ਕਿਹੜੀ ਫਸਲ ਹੋਣੀ ਚਾਹੀਦੀ ਹੈ, ਉਹ ਬਿਲਕੁਲ ਉਹਦਾ ਇੱਕ ਐਨਾਲਿਸਿਸ ਹੋਣਾ ਚਾਹੀਦਾ ਹੈ। ਕਿਹੜੇ ਇਲਾਕੇ ਦੀ ਮਿੱਟੀ ਕਿਹੜੀ ਫਸਲ ਵਾਸਤੇ ਵਧੀਆ ਹੈ। ਹੁਣ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਝੋਨੇ ਦੇ ਮਗਰ ਪਏ ਹੋਏ ਕਣਕ ਝੋਨਾ ਹੀ ਚੱਲਦਾ ਰਹਿੰਦਾ। ਹਾਲਾਂਕਿ ਇਹ ਵੀ ਗੱਲ ਹੋਈ ਹੈ ਕਿ ਹੋਰ ਫਸਲੀ ਚੱਕਰ ਲੈ ਕੇ ਆਓ, ਪੁਰਾਣੀਆਂ ਫਸਲਾਂ ਪ੍ਰੋਡਿਊਸ ਕਰੋ ਤਾਂ ਕਿ ਕਿਸਾਨਾਂ ਨੂੰ ਹੋਰ ਮੌਕੇ ਮਿਲਣ। ਹੁਣ ਝੋਨਾ ਹੈ, ਜਿੰਨਾ ਝੋਨਾ ਅਸੀਂ ਪ੍ਰੋਡਿਊਸ ਕਰਦੇ ਹਾਂ ਪੰਜਾਬ ਵਾਲੇ, ਉਹਦਾ ਚੌਥਾ ਹਿੱਸਾ ਕੰਜ਼ੰਪਸ਼ਨ ਹੁੰਦੀ ਹੈ, ਬਾਕੀ ਤਾਂ ਸਾਰਾ ਬਾਹਰ ਸਪਲਾਈ ਕਰ ਦਿੰਦੇ ਹਾਂ। ਪਰ ਪਾਣੀ ਸਾਰਾ ਇੱਥੋਂ ਦਾ ਜਾਂਦਾ ਪਿਆ। ਸੋ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਕਿ ਕਿੱਥੇ ਝੋਨੇ ਦੀ ਫਸਲ ਹੋਵੇ, ਕਿੱਥੇ ਡਿਮਾਂਡ ਹੈ, ਕਿੱਥੇ ਜਾਵਾਂਗੇ। ਕਿਉਂਕਿ ਫਿਰ ਜੇ ਇੱਥੇ ਪੈਦਾ ਹੋਏਗੀ, ਟਰਾਂਸਪੋਰਟੇਸ਼ਨ ਦਾ ਉਨਾ ਖਰਚਾ ਪਏਗਾ ਔਰ ਉਨੀ ਮਹਿੰਗੀ ਫਸਲ ਮਿਲੇਗੀ, ਉਨਾ ਮਹਿੰਗੇ ਚੌਲ ਮਿਲਣਗੇ। ਇਹ ਚਨਸੌਲ ਬੀਜ ਰਿਹਾ ਜਿਹੜੀਆਂ ਖਾਣ ਵਾਲੀਆਂ, ਜਿਹੜੀਆਂ ਤੇਲ ਬੀਜਾਂ, ਇਹ ਦੇਖੋ ਜਿਸ 'ਚ ਹੈਗਾ ਨਾ ਹੁਣ ਸਰੋਂ, ਅਤੇ ਸਰੋਂ ਦਾ ਤੇਲ ਇਹ 200 ਰੁਪਏ ਦੀ ਬੋਤਲ ਲੈ ਰਹੇ ਆ ਜਾਂ ਮਹਿੰਗਾ ਲੈ ਰਹੇ ਆ। ਉਹਦੇ ਵਿੱਚ ਤਿਲ ਕਦੀ ਨਹੀਂ ਕਿਸੇ ਨੇ ਬੀਜੇ, ਅਲਸੀ ਕਦੀ ਨਹੀਂ ਕੋਈ ਬੀਜ ਰਿਹਾ, ਮੇਥੇ ਘੱਟ ਹੋਣਗੇ, ਦਾਲਾਂ ਹੈ ਹੀ ਨਹੀਂ। ਔਰ ਜਿਹੜੀਆਂ ਚੀਜ਼ਾਂ ਟਰਡੀਸ਼ਨਲ ਕ੍ਰੌਪ ਹੈਗੀ ਆ ਉਹ ਤੋਂ ਦੂਰ ਹੋ ਗਈ ਔਰ ਉਹ ਤੋਂ ਉਹਨੂੰ ਪਾਣੀ ਦੀ ਲੋੜ ਹੀ ਨਹੀਂ। ਤਿਲਾਂ ਨੂੰ ਪਾਣੀ ਦੀ ਬਹੁਤੀ ਲੋੜ ਨਹੀਂ। ਨਰਮਾ ਕਪਾਹ ਸਿਰਫ ਮਾਲਵੇ ਤੋਂ ਉੱਧਰ ਹੁੰਦਾ, ਦੂਜਾ ਬੀਜਦੇ ਨਹੀਂ। ਤੇ ਇਸ ਜ਼ਮਾਨੇ 'ਚ, ਪੁਰਾਣੇ ਜ਼ਮਾਨੇ 'ਚ ਲੋਕ ਪੂਰਾ ਦੁਆਬਾ 'ਚ ਨਰਮਾ ਬਹੁਤ ਹੁੰਦਾ, ਕਪਾਹ ਬਹੁਤ ਹੁੰਦੀ ਸੀ, ਮਾਝੇ 'ਚ ਬਹੁਤ ਹੁੰਦੀ ਸੀ। ਇਹਨਾਂ ਨੇ ਅਸਲ 'ਚ ਕਿਸਾਨ ਵੀ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ। ਸਾਇੰਟਿਸਟਾਂ ਨੇ ਇਹਨਾਂ ਨੂੰ ਦੱਸਿਆ ਹੀ ਨਹੀਂ। ਉਹਨਾਂ ਨੇ ਕਿਹਾ ਖਾਦ ਪਾ ਦਿਓ, ਯੂਰੀਆ ਪਾ ਦਿਓ, ਡਾਇਆ ਪਾ ਦਿਓ, ਫਲਾਣਾ ਪਾ ਦਿਓ, ਔਰ ਰੂੜੀ ਤੋਂ ਦੂਰ ਹੋ ਗਏ। ਜੈਵਿਕ ਖਾਦਾਂ, ਚਲੋ ਜੀ ਹੁਣ ਜੈਵਿਕ ਖਾਦਾਂ ਪਾਓ। ਪੁਰਾਣੀ ਰੂੜੀ ਜਿਹੜੀ ਹੁੰਦੀ ਸੀ ਉਹ ਪਹਿਲਾਂ 12 ਮਹੀਨੇ ਉਹਦੇ ਵਿੱਚ ਪੈਦਾਵਾਰ ਦਿੰਦੀ ਰਹਿੰਦੀ ਸੀ। ਹੁਣ ਅੱਜ ਪਾਈ ਤੁਸੀਂ ਯੂਰੀਆ, ਕੱਲ੍ਹ ਨੂੰ ਉਹਦਾ ਕੁਝ ਨਹੀਂ, ਉਹ ਫਸਲ ਨੂੰ ਲੱਗੀ ਇੱਕਦਮ ਵਧੀ, ਉਹਨੂੰ ਦੇ ਦਿੱਤਾ, ਜ਼ਮੀਨ ਕਮਜ਼ੋਰ ਆ। ਔਰ ਇਹ ਚੀਜ਼ਾਂ ਤੋਂ ਪਾਣੀ ਬਹੁਤ ਮੰਗਦੀਆਂ, ਪਾਣੀ ਫਿਰ ਰੱਪੜ ਜ਼ਮੀਨਾਂ ਹੋ ਜਾਂਦੀਆਂ। ਔਰ ਇਹ ਬਿਲਕੁਲ ਪੁਰਾਣੇ ਲੋਕਾਂ ਨੂੰ ਪਤਾ। ਉਹ ਲੋਕ ਵਿਚਾਰੇ ਇਸ ਵੇਲੇ ਉਹ ਕੋਈ ਪੁੱਛਦਾ ਹੈ ਨਹੀਂ ਘਰਾਂ 'ਚ, ਬਜ਼ੁਰਗ ਵਿਚਾਰੇ ਮਰ ਗਏ। ਜਿਹੜੇ ਬਾਕੀ ਬਜ਼ੁਰਗ ਦੇ ਲੋਕ ਉਹ ਸਿੱਖਿਆ ਨਹੀਂ ਦਿੰਦੇ। ਝੋਨਾ ਬੀਜ ਦਿਓ, ਹੈ ਨਾ, ਲਓ ਜੀ ਕਣਕ ਬੀਜ ਦਿਓ ਅਤੇ ਉਹ ਤੋਂ ਬਾਅਦ ਸੌਂ ਜਾਓ। ਨਾ ਡੇਅਰੀ ਹੈਗੀ ਆਪਣੇ, ਨਾ ਪੋਲਟਰੀ ਫਾਰਮ ਹੈਗਾ, ਨਾ ਬਾਕੀ ਸੂਰ ਪਾਲਦੇ ਸੀ ਉਹ ਹੈ ਨਹੀਂ ਗੇ, ਗਾਵਾਂ ਪਾਲਦੇ ਸੀ ਹੈ ਨਹੀਂ ਗੇ। ਇਸੇ ਕਰਕੇ ਕਿਸਾਨ ਇਸ ਵੇਲੇ ਸੁਸਾਈਡ ਵੀ ਹੋ ਰਿਹਾ, ਪੈਸਾ ਹੈ ਨਹੀਂ। 2-4 ਕਿੱਲਿਆਂ ਦਾ ਬੰਦਾ ਕਿੱਥੇ ਜਾਊਗਾ ਵਿਚਾਰਾ, ਪੈਸਾ ਹੀ ਉਹਨੂੰ ਹੈ ਨਹੀਂ ਗਾ। ਇਹ ਬੜੀ ਤਰਾਸਦੀ ਹੈ ਕਿਸਾਨਾਂ ਨਾਲ ਵੀ। ਇੱਕ ਤਾਂ ਉਹਨਾਂ ਨੂੰ ਪੂਰਾ ਮਿਸਗਾਈਡ ਕੀਤਾ ਗਿਆ, ਦੂਜਾ ਕਿਸੇ ਵਿਗਿਆਨੀ ਨੇ ਦੱਸਿਆ ਕੁਝ ਨਹੀਂ ਹੈਗਾ, ਤੀਜੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਗਈ ਆ, ਪਾਣੀ ਦੀ ਮਾਰ ਘਟ ਗਈ ਆ। ਔਰ ਇਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਧਰਨੇ 'ਤੇ ਬਹਿਣ। ਸਾਰਾ ਕੁਝ ਜਦੋਂ ਉਹਨਾਂ ਕੋਲ ਫਸਲ ਉੱਗਦੀ ਨਹੀਂ, ਜਦੋਂ ਹੁਣ ਜ਼ਮੀਨ ਤੁਸੀਂ ਸ਼ਾਇਦ ਸੁਣਿਆ ਹੋਗਾ, ਜਦੋਂ ਗੁਲਾਬੀ ਸੁੰਡੀ ਨੇ ਸਾਰੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਔਰ ਉਹਦੇ ਵਿੱਚ ਬੀਜ ਹੀ ਇੱਦਾਂ ਦਾ ਆਇਆ। ਔਰ ਦੇਖੋ ਉਹਦੇ ਵਿੱਚ ਪੈਸਾ ਮਿਲਿਆ ਨਹੀਂ ਇਹਨਾਂ ਨੂੰ। ਕਦੀ ਜ਼ਿਆਦਾ ਮੀਂਹ ਪੈ ਗਿਆ ਉਦੋਂ ਮਾਰੀ ਗਈ ਫਸਲ, ਹਨੇਰੀ ਆ ਗਈ ਮਾਰੀ ਗਈ, ਮੁਆਵਜ਼ਾ ਨਹੀਂ ਮਿਲਦਾ। ਕਿਸਾਨ ਕਰੂ ਤਾਂ ਕੀ ਕਰੂਗੇ? ਐਗਜ਼ੈਕਟਲੀ ਗੱਲ ਇਹ ਹੈ। ਹੁਣ ਇਸ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਬੁਨਿਆਦੀ ਮੁਸ਼ਕਲਾਂ ਨੇ ਨਾ, ਇਹਨਾਂ ਨੂੰ ਹੱਲ ਕਰੋ। ਇਹ ਜਿਹੜੀ ਆਪਸ 'ਚ ਖਿੱਚਾਤਾਨੀ ਹੈ ਨਾ, ਇਹ ਨਹੀਂ ਹੋਣੀ ਚਾਹੀਦੀ ਕਿ ਕਿਸਾਨਾਂ ਤੇ ਸਰਕਾਰ ਦੇ ਵਿੱਚ ਖਿੱਚਾਤਾਨੀ ਲੱਗੀ ਹੋਈ ਹੈ ਕਿ ਰੱਸਾਕਸ਼ੀ ਦਾ ਮੈਚ ਥੋੜਾ ਚੱਲਦਾ ਪਿਆ। ਬਿਲਕੁਲ। ਇਸ ਕਰਕੇ ਇਹ ਪੋਲੀਟੀਕਲ ਮਾਮਲਾ ਨਹੀਂ ਹੋਣਾ ਚਾਹੀਦਾ। ਪੋਲੀਟੀਕਲ ਮਾਮਲਾ ਨਹੀਂ ਹੈ, ਤੇ ਸਰਵਾਈਵਲ ਦਾ ਨਾਰਮਲ ਹੈ, ਜੀਣ ਦਾ ਮਾਮਲਾ। ਹੁਣ ਦੇਖੋ ਬਲਕਾਰ ਜੀ, ਆਪਣੇ ਸੀਐਮ ਮਾਨ ਜੀ ਜਾਂਦੇ ਨੇ ਹਿਮਾਚਲ ਪ੍ਰਦੇਸ਼, ਜਾਂਦੇ ਨੇ ਗੁਜਰਾਤ, ਚੋਣਾਂ ਦੀ ਗੱਲ ਹੁੰਦੀ ਹੈ ਤਾਂ ਇੱਥੋਂ ਤੱਕ ਕਿ ਕਰਨਾਟਕ, ਪਤਾ ਨਹੀਂ ਕਿਹੜੇ ਹਿੱਸਿਆਂ 'ਚ ਇਸ਼ਤਿਹਾਰਬਾਜ਼ੀ
ਜ਼ੀਰੋ ਬਿੱਲ ਆਏਗਾ ਸਾਡੇ ਇੱਥੇ, ਫ੍ਰੀ 300 ਯੂਨਿਟ ਫ੍ਰੀ, 600 ਯੂਨਿਟ 2 ਮਹੀਨੇ ਦੇ ਫ੍ਰੀ, ਔਰ ਇੰਨੇ ਲੱਖ ਘਰਾਂ ਨੂੰ ਜ਼ੀਰੋ ਬਿੱਲ ਆਇਆ। ਹੁਣ ਇਹ ਬਹੁਤ ਵੱਡੀ ਉਪਲਬਧੀ ਹੈ। ਜਿਹੜਾ ਸਟੇਟ ਐਕਸਚੈਕਰ ਦੇ ਉੱਤੇ ਇੰਨਾ ਬੋਝ ਪੈ ਗਿਆ, ਸਬਸਿਡੀ ਦੀਆਂ ਜਿਹੜੀਆਂ ਤੁਸੀਂ ਦਿੰਦੇ ਪਏ ਅਲਾਟਮੈਂਟਸ ਫਟਾਫਟ, ਉਹ ਜਿਹੜੇ ਬੋਝ ਨੇ ਸਬਸਿਡੀਜ਼ ਦੇ, ਉਹ ਕੌਣ ਚੁੱਕੂਗਾ? ਔਰ ਨਾਲ ਹੁਣ ਠੰਡ ਦਾ ਮੌਸਮ ਹੈ, ਹੁਣ ਪੱਖੇ ਚੱਲਣੇ ਨਹੀਂ, ਏਸੀ ਚੱਲਣੇ ਨਹੀਂ, ਹੁਣ ਹੋਰ ਬਿੱਲ ਜ਼ੀਰੋ ਆਉਣਗੇ। ਤੇ ਜਿਹੜੀ ਇਨਕਮ ਹੋਣੀ ਹੈ ਸਰਕਾਰ ਨੂੰ, ਉਹ ਤਾਂ ਗਈ। ਜੇ ਮੰਨ ਲਓ ਮਹੀਨੇ ਦਾ 300 ਯੂਨਿਟ ਦਿੱਤੇ ਨੇ, ਜੇ 100 ਯੂਨਿਟ ਆ ਗਿਆ ਫ੍ਰੀ, ਜੇ 100 ਯੂਨਿਟ ਦਾ ਵੀ ਬਿਜਲੀ ਦਾ ਬਿੱਲ ਹੋਵੇ ਤੇ ਕੁਝ ਨਾ ਕੁਝ ਤੇ ਆਏਗਾ ਨਾ। ਹੁਣ ਇੱਥੇ ਤਾਂ ਕੁਝ ਵੀ ਨਹੀਂ ਆਉਣਾ, ਜ਼ੀਰੋ 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 ਬੈਲੈਂਸ, ਜ਼ੀਰੋ ਬੈਲੈਂਸ, ਜ਼ੀਰੋ ਬੈਲੈਂਸ। ਇਹ ਸਟੇਟ ਕਿਵੇਂ ਚਲਾਉਣੀ ਹੈ? ਕਰਜ਼ੇ ਲੈ ਲੈ ਕੇ ਤਨਖਾਹ ਦਿੰਦੇ ਆ, ਕਰਜ਼ੇ ਲੈ ਲੈ ਕੇ ਅਸੀਂ ਪੈਨਸ਼ਨਸ ਦਿੰਦੇ ਆ। ਹੁਣ ਸਭ ਕੁਝ ਕਰਜ਼ਿਆਂ ਤੇ ਚੱਲੂਗਾ ਤੇ ਕਰਜ਼ਾ ਲਾਉਣਾ ਕਿਨੇ ਹੈ? ਹੋਗਾ ਅੱਗੇ ਹੀ ਪੰਜਾਬ ਕਰਜ਼ਾਈ ਹੈ ਤੇ ਹੁਣ ਹੋਰ ਕਰਜ਼ਾਈ ਕਰਕੇ ਤੁਸੀਂ ਚਲੇ ਜਾਓ, ਕਿਉਂਕਿ ਤੁਸੀਂ ਆਪਣੀ ਸੱਤਾ ਚਮਕਾਉਣੀ ਹੈ। ਤੁਸੀਂ ਲੋਕਾਂ ਨੂੰ ਇਹ ਦੱਸਣਾ ਅਸੀਂ ਫ੍ਰੀ ਦਿੱਤੀ, ਫ੍ਰੀ 1000 ਰੁਪਈਆ ਔਰਤਾਂ ਨੂੰ ਵੀ ਦੇਣਾ ਹੈ, ਬੱਸਾਂ ਵੀ ਫ੍ਰੀ, ਸਭ ਕੁਝ ਫ੍ਰੀ। ਤੇ ਪੈਸਾ ਕਿੱਥੋਂ ਆਊਗਾ? ਤੁਹਾਡੇ ਘਰੋਂ ਨੋਟ ਛਾਪਣ ਦੀ ਤੁਸੀਂ ਮਸ਼ੀਨ ਲਾਈ ਹੋਈ ਹੈ ਕਿ ਤੁਸੀਂ ਉੱਥੋਂ ਛਾਪ ਕੇ ਲੋਕਾਂ ਨੂੰ ਸਪਲਾਈ ਕਰੋਗੇ? ਆਉਣਾ ਤਾਂ ਲੋਕਾਂ ਦੀ ਜੇਬ 'ਚੋਂ ਹੀ ਹੈ ਨਾ। ਜਦ ਕਮਾਈ ਨਹੀਂ ਹੈਗੀ ਤੇ ਖਰਚ ਕਿੱਥੋਂ ਕਰਨਾ? ਬਸ ਆਪਣੀ ਸਿਆਸਤ ਚਮਕਾਉਣੀ ਹੈ ਥਾਂ ਥਾਂ ਤੇ, ਔਰ ਲੱਖਾਂ ਰੁਪਏ ਦੀ ਤੁਸੀਂ ਐਡਸ ਦੇਣੀਆਂ ਨੇ। ਇਹ ਦੇਖੋ, ਪਹਿਲਾਂ ਤਾਂ ਇਹਨਾਂ ਨੇ ਇਹ ਲਾਈ ਸੀ, ਐਨਾਲਿਸਿਸ ਕੀਤਾ ਕਿ 52% ਜਿਹੜੇ ਲੋਕ ਆ ਉਹ ਇਹ ਲੈ ਸਕਦੇ ਆ। 52 ਤੱਕ ਉਹ ਗਰਮੀ ਦਾ ਮੌਸਮ ਸੀ, ਉਦੋਂ ਲੋਕਾਂ ਨੇ ਜਿਨ੍ਹਾਂ ਦਾ ਵੱਡਾ ਕੰਮ ਸੀਗਾ, ਜਿਹਨਾਂ ਦੇ AC 4 ਚੱਲ ਰਹੇ ਆ, ਜਿਨ੍ਹਾਂ ਦੇ ਘਰ ਦੇ ਅੰਦਰ ਮੋਟਰਾਂ ਚੱਲ ਰਹੀਆਂ, ਸਾਰਾ ਕੁਝ, ਉਹ ਤਾਂ ਇਸ ਤੋਂ ਨਹੀਂ ਬਚ ਸਕਦੇ, ਕਿਉਂਕਿ ਉਹਨਾਂ ਨੂੰ 600 ਯੂਨਿਟ ਤੋਂ ਉੱਪਰ ਚੱਲ ਜਾਂਦਾ ਸੀ। ਜਨਰਲ ਕੈਟਾਗਰੀ ਨੇ ਇਹਨਾਂ ਨੇ ਕਿਹਾ ਸੀ ਕਿ 600 ਯੂਨਿਟ ਤੋਂ 2 ਵੀ ਯੂਨਿਟ ਵੱਧ ਜਾਂਦੇ ਆ ਤਾਂ ਉਹ ਸਾਰਾ ਪੇ ਕਰੂਗਾ। ਜਿਹੜੇ ਰਿਜ਼ਰਵ ਕੈਟਾਗਰੀ ਆ, ਜਿਸ 'ਚ ਸੁਤੰਤਰਤਾ ਸੈਨਾਨੀ ਵੀ ਆ, ਉਹ 600 ਯੂਨਿਟ ਤੋਂ ਉੱਪਰ ਦੇ ਵਾਲੇ ਦੇਣਗੇ, ਜਿਹਨੇ ਉੱਪਰ ਚਲੇ ਗਏ। ਜੇ 600 ਤੋਂ ਥੱਲੇ ਰਹਿ ਗਏ ਤਾਂ ਪੂਰਾ ਮਾਫ ਹੈਗਾ। ਪਰ ਹੁਣ ਇਸ ਵੇਲੇ ਜਿੱਦਾਂ ਤੁਸੀਂ ਗੱਲ ਕੀਤੀ ਹੈ, ਠੰਡ ਦਾ ਮੌਸਮ ਆ ਗਿਆ, ਨਾ ਤਾਂ AC ਚੱਲਦਾ, ਨਾ ਕੋਈ ਪੱਖਾ ਚੱਲਦਾ, ਨਾ ਕੋਈ ਗੀਜ਼ਰ ਚੱਲਦਾ, ਜੇ ਕੁਝ ਵੀ ਨਹੀਂ ਗਾ। ਅਤੇ ਉਹ ਹੁਣ ਜਿਹੜੇ ਆ ਬੰਦ ਪਏ ਮੀਟਰ, ਅਤੇ ਉਹਦੇ ਨਾਲ ਇਸ ਵੇਲੇ 97% ਲੋਕਾਂ ਨੂੰ ਇਹ ਫਾਇਦਾ ਹੋ ਗਿਆ, ਉਹਨਾਂ ਦੇ ਜ਼ੀਰੋ ਬਿੱਲ ਆਇਆ। 3% ਬਚਦੇ, 3.5% ਉਹ ਜਿਹੜੇ ਹੈਗੇ ਉਹ ਬਹੁਤ ਵੱਡੇ ਕੋਈ ਨਾਲ ਜਿਹਨਾਂ ਦੇ ਕੋਈ ਜ਼ਿਆਦਾ ਕੋਈ ਚੱਲ ਰਿਹਾ ਕੰਮ, ਜਨਰੇਟਰ ਚੱਲ ਰਹੇ ਹੋਣਗੇ, ਉਹਨਾਂ ਦੇ ਨਾਲ ਉਹ ਭਾਵੇਂ ਇਸ ਨੂੰ ਕ੍ਰੋਸ ਕਰ ਗਏ, ਨਹੀਂ ਤਾਂ ਕ੍ਰੋਸ ਕਿਸੇ ਨੇ ਨਹੀਂ ਕੀਤਾ। ਹੁਣ ਪਾ ਲਾ ਕੇ ਜਿਹੜਾ ਸਟੇਟ ਦਾ ਫੰਡ ਆ ਦਾ ਖਰਚਾ ਵਾ, ਉਹ ਹੁਣ ਸਿਰ ਗੌਰਮੈਂਟ ਦੇ ਪੈ ਰਿਹਾ। ਹੁਣ ਇਹਦੇ ਵਿੱਚ ਪਤਾ ਲੱਗ ਜਾਣਾ ਕਿ ਪੈਸਾ ਕਿੱਧਰੋਂ ਆਉਣਾ ਅਤੇ ਕਿੱਧਰ ਜਾਣਾ ਅਤੇ ਕੀ ਇਹਦਾ ਕਰਨਾ। ਪਲਾਨਿੰਗ ਇਹ ਰਹੀ, ਜਦੋਂ ਇਹਨਾਂ ਨੇ ਕਹਿ ਦਿੱਤਾ ਸੀ ਅਸੀਂ ਫ੍ਰੀ ਦੇਵਾਂਗੇ ਤਾਂ ਲੋਕਾਂ ਨੇ ਤਾਂ ਲੈਣਾ ਹੀ ਲੈਣਾ, ਲੋਕ ਤਾਂ ਮੰਗਣਗੇ, ਕਿਉਂਕਿ ਉਹਨਾਂ ਵੋਟਰ ਇਹਨਾਂ ਦੇ ਉਹਦੇ ਵਿੱਚ ਕਈ ਵਿਚਾਰੇ ਨੀਡੀ ਆ, ਉਹਨਾਂ ਨੂੰ ਚਾਹੀਦਾ, ਨੀਡੀ ਨੂੰ ਦੇਣਾ ਚਾਹੀਦਾ। ਹਾਂ, ਨੀਡੀ ਚਾਹੀਦਾ। ਪਰ ਇਹ ਉਹਨੂੰ ਨੀਡੀ ਨੂੰ ਹੁਣ ਦੇਖਣਗੇ ਨਾ, ਇਹਨਾਂ ਨੇ ਕਹਿ ਦਿੱਤਾ ਜੇ ਨੀਡੀ ਨੂੰ ਕੀਤਾ ਨਾ, ਨੀਡੀ ਕੌਣ ਹੈਗੇ? ਰਿਜ਼ਰਵ ਕੈਟਾਗਰੀ। ਦੂਜੇ ਪਾਸੇ ਜਨਰਲ ਕੈਟਾਗਰੀ ਵੀ ਰੌਲਾ ਪਾਉਂਦੀ ਹੈ, ਉਹ 'ਚ ਵੀ ਇਕਨੋਮਿਕਲੀ ਡਾਊਨ ਹੈਗੇ ਵਿਚਾਰੇ, ਬਿਲਕੁਲ ਹੈਗੇ ਨੇ। ਇਕਨੋਮਿਕ ਜਿਹੜੇ 2 ਕਿੱਲਿਆਂ ਦਾ ਮਾਲਕ, 3 ਕਿੱਲਿਆਂ ਦਾ ਜੱਟ ਕੀ ਕਰੂਗਾ? ਉਹਨੇ ਤਾਂ ਨੀਡੀ ਆ, ਉਹ ਵੀ ਮੰਗੂਗਾ। ਇਕਨੋਮਿਕਲੀ ਪੰਜਾਬ ਦੇ ਵਿੱਚ ਭਾਵੇਂ ਅਸੀਂ ਚਾਹੁੰਦੇ ਹਾਂ ਕਿ ਲੋਕ ਕੈਟਾਗਰੀ ਦੇ ਲੋਕ ਘੱਟ ਨੇ, ਜਿਹਦੇ ਵਿੱਚ ਇਨਕਮ ਵਾਲੇ ਬਾਹਰਲੇ ਲੋਕ ਬਾਹਰਲੇ ਸੂਬੇ 'ਚ ਹੈਗੇ ਆ, ਇੱਥੇ ਨਹੀਂ ਹੈਗੇ, ਪਰ ਉਹਦੇ ਬਾਵਜੂਦ ਵੀ ਜਿਹੜੀ ਆ ਮਿਡਲ ਕਲਾਸ ਤੋਂ ਥੱਲੇ ਆ ਲੋਕ। 3 ਕਿੱਲਿਆਂ ਵਾਲਾ, 2 ਕਿੱਲਿਆਂ ਵਾਲਾ, 4 ਕਿੱਲਿਆਂ ਵਾਲਾ ਤਾਂ ਦਿਹਾੜੀ ਵਾਲੇ ਹਿਸਾਬ ਹੋ ਗਿਆ। ਉਹ ਵਿਚਾਰਾ ਦਿਹਾੜੀ ਤਾਂ ਕਰੂਗਾ ਨਹੀਂ, ਕਿਤੇ ਲੇਬਰ ਕਰੂਗਾ ਨਹੀਂ, ਕਿਤੇ ਕੰਮ ਨਹੀਂ ਕਰੂਗਾ, ਖਰਚਾ ਤਾਂ ਉਹਨੇ ਇੱਦਾਂ ਹੀ ਕੱਢਣਾ ਨਾ। ਘਰ ਦਾ ਦੁੱਧ ਤਾਂ ਚੱਲ ਹੋ ਸਕਦਾ ਤਾਂ ਗੁੜ ਘਰ ਦਾ ਹੋ ਜੂ ਮਾੜਾ ਮੋਟਾ, ਬਾਕੀ ਚੀਜ਼ਾਂ, ਬਿਜਲੀ ਦਾ ਬਿੱਲ ਕਿੰਨਾ ਹੈਗਾ ਉਹ ਕਿੱਥੋਂ ਦਊਗਾ? ਬਾਕੀ ਜਿਹੜੇ ਚੀਜ਼ਾਂ ਦੇ ਬੱਚਿਆਂ ਦੀ ਪੜ੍ਹਾਈ, ਉਹ ਸਾਰਾ ਕੁਝ ਹੈਗਾ। ਹੁਣ ਆਪਾਂ ਸਮਝਦੇ ਹਾਂ ਵੀ ਨੀਡੀ ਬਹੁਤ ਜ਼ਿਆਦਾ ਨੀਡੀ ਹੈਗੀ, ਉਹਦੇ ਵਿੱਚ ਲੋਕਾਂ ਨੇ ਆਪਣੇ ਸਰਟੀਫਿਕੇਟ ਪ੍ਰੋਡਿਊਸ ਕਰਕੇ ਦੇ ਦਿੰਦੇ ਉਹਨਾਂ ਨੂੰ। ਪਰ ਹੁਣ ਇਹ ਕਹਿ ਕੇ ਤਾਂ ਫਸ ਗਿਆ, ਉਹ ਆਪੇ ਫਤੜੀ ਤੈਨੂੰ ਕੌਣ ਛਡਾਵੇ। ਹੁਣ ਕਿਸੇ ਪਾਸੇ ਭੱਜ ਤਾਂ ਸਕਦੇ ਨੇ, ਲੋਕਾਂ ਨੇ ਫੈਸਿਲਿਟੀ ਲੈਣੀ ਹੈ, ਕਿੱਥੋਂ ਮਰਜ਼ੀ ਪੂਰੀ ਕਰਨ ਨੂੰ। ਲੋਕਾਂ ਨੇ ਇਹ ਤਾਂ ਨਹੀਂ ਕਹਿਣਾ ਪੈਸੇ ਨਹੀਂ ਲੈਂਦੇ, ਜਿੱਦਾਂ ਸਿਲੰਡਰ ਨਹੀਂ ਸੀ ਪਹਿਲਾਂ, ਸਬਸਿਡੀ ਸੀਗੀ, ਅਤੇ ਮੋਦੀ ਸਾਹਿਬ ਨੇ ਕਹਿਤਾ ਕਿ ਹੁਣ ਸਾਰਿਆਂ ਨੂੰ ਮਿਲੂਗਾ, ਸਾਰਿਆਂ ਨੂੰ। ਕਈਆਂ ਦੇ ਵਿੱਚੋਂ ਆਪਣੀ ਇੱਛਾ ਅਨੁਸਾਰ ਨਹੀਂ ਲਏ, ਜਿਹੜੇ ਵੱਡੇ ਲੋਕ ਆ ਉਹਨਾਂ ਨੇ 25, 30, 40, 50 ਰੁਪਏ ਕੋਈ, ਹੁਣ 1000 ਰੁਪਏ ਤੋਂ ਉੱਤੇ ਹੈ ਸਿਲੰਡਰ। ਜਿਹੜਾ ਗੈਸ ਸਿਲੰਡਰ ਆ ਦਾ 1082-85 ਆ ਰਿਹਾ। ਜਿਹੜਾ ਦਿਹਾੜੀਦਾਰ ਉਹ ਵਿਚਾਰਾ ਫਿਰ ਲੈਣ ਤੋਂ ਔਖਾ ਹੋਊਗਾ, ਉਹ ਤਾਂ ਸਬਸਿਡੀ ਲਊਗਾ, ਪਰ ਸਬਸਿਡੀ ਉਹਦੇ 'ਚ ਵੀ ਹੁਣ ਬੰਦ ਹੀ ਹੋਈ ਆ। ਇਸੇ ਤਰ੍ਹਾਂ ਇਹਨਾਂ ਨੂੰ ਹੌਲੀ ਹੌਲੀ ਜਾਂ ਤਾਂ ਇਹਨਾਂ ਨੂੰ ਬੰਦ ਕਰਨਾ ਪਊਗਾ, ਜਾਂ ਇਹਨਾਂ ਨੂੰ ਆਪਣਾ ਤਰੀਕੇ ਨਾਲ ਇਕਨੋਮਿਕਲੀ ਇਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਸੋਰਸ ਆਫ ਇਨਕਮ ਵੇਖਣਾ ਪਊਗਾ। ਕਿਉਂਕਿ ਲੋਕਾਂ ਨੇ ਹੁਣ ਜਦੋਂ ਕਿਸੇ ਨੂੰ ਚੀਜ਼ ਦੇ ਦੀ ਹੈ ਨਾ, ਉਹਨੂੰ ਮੁੜ ਕੇ ਖਿੱਚ ਲਈਏ। ਜਦੋਂ ਥਾਲੀ ਅੱਗੇ ਕਰ ਦਿੱਤੀ ਤਾਂ ਮੁੜ ਕੇ ਉਹਨੂੰ ਕਹਿੰਦੇ ਨਹੀਂ ਜੀ ਤੇਰੀ ਨਹੀਂ ਗਾ, ਤਾਂ ਉਹ ਫਿਰ ਗਲ ਪੈਣਗੇ। ਇਹ ਗੱਲ ਇਸ ਵੇਲੇ ਹੈਗੀ ਹੈ। ਮੇਨ ਮੁੱਦਾ ਹੈਗਾ ਬੀਬੀਆਂ ਨੂੰ ਤੁਸੀਂ ਦੱਸਿਆ 1000 ਰੁਪਏ ਨਹੀਂ ਮਿਲਿਆ, ਉਹ ਤਾਂ ਬੀਬੀਆਂ ਦਾ ਜੇ ਚੁੱਪ ਆ। ਜਦੋਂ ਬੀਬੀਆਂ ਨੇ ਭੜਥੂ ਪਾਤਾ ਤੇ ਲੋਕਾਂ ਨੇ ਡਾਂਗਾਂ ਖਿੱਚ ਲਈਆਂ ਤੇ ਸਾਰਾ ਕੁਝ ਗਿਆ, ਫਿਰ ਇਹਨਾਂ ਨੂੰ ਮੰਨਣਾ ਪੈਣਾ। ਅਜੇ ਉਹ ਮਾਮਲਾ ਠੱਪ ਆ। ਗੱਲ ਇਹ ਹੈ ਨਾ ਕਿ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਨੂੰ ਦਿਓ। 51,000 ਰੁਪਏ ਦੀ ਸ਼ਗਨ ਸਕੀਮ ਸ਼ੁਰੂ ਕੀਤੀ ਹੋਈ ਹੈ, ਪਤਾ ਨਹੀਂ ਕੀ ਸ਼ੁਰੂ ਕਰਕੇ ਬੈਠੇ ਹੋਏ ਨੇ, ਉਹ ਵੀ ਕਈਆਂ ਨੂੰ ਨਹੀਂ ਮਿਲਿਆ ਜੀ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ। ਜ਼ਰੂਰਤਮੰਦ ਕੋਲ ਚੀਜ਼ ਪਹੁੰਚਣੀ ਚਾਹੀਦੀ ਹੈ। ਰੱਜੇ ਹੋਏ ਨੂੰ ਕੀ ਰਜਾਈ ਜਾਂਦੇ ਹੋ ਤੁਸੀਂ ਲੋਕ। ਔਰ ਦੂਜੀ ਗੱਲ ਇਹ ਹੈ, ਸਟੇਟ ਕਿੱਦਾਂ ਰਨ ਕਰੇਗੀ ਤੁਹਾਨੂੰ ਇਹ ਨਹੀਂ ਪਤਾ ਹੈਗਾ ਕਿ ਬਿਨਾਂ ਪੈਸੇ ਤੋਂ ਕਿੱਦਾਂ ਕੰਮ ਕਰਾਂਗੇ। ਮਤਲਬ ਜਾਂ ਤਾਂ ਇਹਨਾਂ ਨੂੰ ਸਟੇਟ ਚਲਾਉਣੀ ਨਹੀਂ ਆਉਂਦੀ,
ਜਾਂ ਫਿਰ ਇੰਨੇ ਜ਼ਿਆਦਾ ਸਮਝਦਾਰ ਨੇ ਕਿ ਬਿਨਾਂ ਪੈਸੇ ਤੋਂ ਹੀ ਚਲਾ ਸਕਦੇ ਨੇ। ਮਤਲਬ ਬਿਨਾਂ ਪੈਟਰੋਲ ਤੋਂ ਤੁਸੀਂ ਗੱਡੀ ਕਿਵੇਂ ਚਲਾਓਗੇ, ਇਹ ਸਮਝ ਤੋਂ ਬਾਹਰ ਹੈ। ਜਾਂ ਫਿਰ ਦੂਸਰੇ ਆਲਟਰਨੇਟਿਵ ਤੁਸੀਂ ਸਾਧਨ ਲੱਭੋਗੇ, ਸੂਰਜ ਤੋਂ, ਧੁੱਪ ਤੋਂ ਤੁਸੀਂ ਗੱਡੀ ਚਲਾਉਂਦੇ ਹੋ, ਜਾਂ ਪਾਣੀ ਨਾਲ ਗੱਡੀ ਚਲਾਉਂਦੇ ਹੋ, ਜਾਂ ਹਵਾ ਨਾਲ ਗੱਡੀ ਚਲਾਉਂਦੇ ਹੋ। ਹਾਂ, ਈ ਰਿਕਸ਼ਾ ਜ਼ਰੂਰ ਹੈਗੇ ਨੇ, ਈ ਕਾਰਾਂ ਜ਼ਰੂਰ ਹੈਗੀਆਂ ਨੇ। ਮਤਲਬ ਆਲਟਰਨੇਟਿਵ ਕੀ ਆ? ਗੱਲ ਇਹ ਹੈ ਕਿ ਪੈਸਾ ਕਿੱਥੋਂ ਆਉਣਾ, ਇਹ ਤਾਂ ਤੁਹਾਡੇ ਕੋਲ ਪੂਰਾ ਹੋਣਾ ਚਾਹੀਦਾ ਨਾ ਖਾਕਾ। ਕੇਜਰੀਵਾਲ ਸਾਹਿਬ ਕਹਿੰਦੇ ਸੀ ਮਾਈਨਿੰਗ ਤੋਂ 20,000 ਕਰੋੜ ਕਿੱਥੇ ਗਿਆ, ਡਰੱਗਸ ਬੰਦ ਕਰ ਦਾਂਗੇ ਉੱਥੋਂ ਇੰਨਾ ਕਰੋੜ, ਬੜੀਆਂ ਕੈਲਕੂਲੇਸ਼ਨ ਸੀ, ਕਿੱਥੇ ਨੇ ਉਹ ਤਾਂ ਕਿਤੇ ਵੀ ਨਹੀਂ ਹੈਗੀਆਂ। ਉਹ ਗੱਲਾਂ ਹਵਾ 'ਚ ਛੂ ਮੰਤਰ। ਸੋ ਇਹ ਸਟੇਟ ਕਿਵੇਂ ਰਨ ਕਰੇਗੀ? ਸਿਰਫ ਗੱਲਾਂ ਨਾਲ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ, ਕਿੱਦਾਂ ਬਣਾਓਗੇ? ਰੰਗਲਾ ਪੰਜਾਬ ਬਣਾਵਾਂਗੇ, ਕਿੱਦਾਂ ਬਣਾਓਗੇ? ਜਦੋਂ ਤੱਕ ਲੋਕਾਂ ਦਾ ਸਹਿਯੋਗ ਨਹੀਂ ਹੈ ਉਦੋਂ ਤੱਕ ਨਹੀਂ ਬਣਾ ਸਕਦੇ। 92 ਜਾਣੇ ਤੁਸੀਂ ਕੀ ਕਰ ਲੋਗੇ? ਜੇ ਲੋਕ ਸਾਥ ਦੇਣਗੇ ਤਾਂ ਹੈ, ਤੇ ਲੋਕਾਂ ਨੂੰ ਨਾਲ ਕਿਵੇਂ ਲੈ ਕੇ ਤੁਰੀ ਦੇ ਤੁਹਾਨੂੰ ਪਤਾ। ਦ ਆਰਟ ਆਫ ਟੇਕਿੰਗ ਐਵਰੀਬਾਡੀ ਟੁਗੇਦਰ। ਜੇ ਤੁਹਾਡਾ ਸਾਥ ਤਾਂ ਹੀ ਲੋਕ ਦੇਣਗੇ, ਜੇ ਤੁਹਾਡੇ ਕੋਲ ਮੁਤਾਸਿਰ ਨੇ, ਇੰਪ੍ਰੈਸਡ ਨੇ, ਤਾਂ ਹੀ ਤੁਹਾਡੇ ਨਾਲ ਤੁਰਨਗੇ। ਜੇ ਲੋਕ ਤੁਹਾਡੀ ਗੱਲ ਨਹੀਂ ਮੰਨਦੇ, ਤੁਹਾਡੇ ਨਾਲ ਨਹੀਂ ਜੁੜਦੇ, ਤੁਹਾਡਾ ਸਾਥ ਕੌਣ ਦੇ ਰਿਹਾ ਫਿਰ ਸਟੇਟ ਨੂੰ, ਭਾਰਤ ਨੂੰ ਜਾਂ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਵਾਸਤੇ, ਸੂਬਾ ਬਣਾਉਣ ਵਾਸਤੇ ਕੌਣ ਸਾਥ ਦੇਗਾ? ਬਿਨਾਂ ਪਬਲਿਕ ਤੋਂ ਤਾਂ ਨਹੀਂ ਨਾ ਤੁਰ ਸਕਦੇ। ਡੈਮੋਕ੍ਰੇਸੀ ਆ ਔਰ ਪਬਲਿਕ ਤੋਂ ਬਿਨਾਂ ਤੁਸੀਂ ਤੁਰ ਨਹੀਂ ਸਕਦੇ। ਹੁਣ ਕਿੱਦਾਂ ਪਬਲਿਕ ਨੂੰ ਨਾਲ ਤੋਰੋਗੇ? ਸਵਾਭਿਮਾਨ ਦਿਓ ਉਹਨਾਂ ਨੂੰ ਨੌਕਰੀਆਂ ਦਿਓ, ਉਹਨਾਂ ਦੇ ਹੁਨਰ ਦੇ ਮੁਤਾਬਿਕ ਉਹਨਾਂ ਨੂੰ ਕੰਮ ਦਿਓ, ਉਹਨਾਂ ਨੂੰ ਪੇਮੈਂਟਸ ਮਿਲਣ, ਉਹ ਇੱਜ਼ਤ ਦੇ ਨਾਲ, ਸੈਲਫ ਰਿਸਪੈਕਟ ਦੇ ਨਾਲ ਤੁਰਨ। ਇਹ ਨਹੀਂ ਕਿ ਟੁਕੜੇ ਸੁੱਟੋ, ਲਓ ਜੀ ਆ ਫੜੋ 1000 ਰੁਪਇਆ, ਲਓ ਜੀ ਫੜੋ ਮੁਫਤ ਦੀ ਬਿਜਲੀ, ਇਹ ਟੁਕੜੇ ਸੁੱਟ ਦਿਓ ਤੇ ਆ ਜਾਓ ਜੀ ਸਾਡੇ ਕੋਲ। ਲੋਕਾਂ ਨੂੰ ਭਿਖਾਰੀ ਬਣਾਉਣਾ ਹੈ ਤੁਸੀਂ, ਕਿ ਲੋਕਾਂ ਨੂੰ ਤੁਸੀਂ ਸਵਾਭਿਮਾਨ ਨਾਲ, ਸੈਲਫ ਰਿਸਪੈਕਟ ਨਾਲ ਜਿਉਣਾ ਸਿਖਾਉਣਾ? ਇਹ ਸੋਚਣਾ ਪੈਂਦਾ। ਅਸਲ 'ਚ ਜੋ ਹੈ ਨਾ, ਜਦੋਂ ਸਰਕਾਰ ਬਣਦੀ ਹੈ ਨਾ, ਫਰੇਮ ਹੁੰਦੀ ਆ, ਜਦੋਂ ਉਹਨਾਂ ਨੇ ਆਪਣਾ ਟੇਕ ਓਵਰ ਕਰ ਲਿਆ, ਸਾਰਾ ਕੁਝ ਕਰਨਾ, ਲੋਕਾਂ ਨੇ ਸਹੂਲਤਾਂ ਤਾਂ ਮੰਗਣੀਆਂ, ਕਿਉਂਕਿ ਇਹਨਾਂ ਨੇ ਪਹਿਲਾਂ ਮੈਨੀਫੈਸਟੋ 'ਚ ਆਪਣਾ ਇਕਰਾਰ ਕੀਤਾ ਹੁੰਦਾ। ਗਲਤ ਕਰਦੇ ਨੇ ਜੋ ਆਪਾਂ ਨਾ, ਇਹ ਗਲਤ ਨਹੀਂ ਗੱਲ, ਮਤਲਬ ਉਹਨਾਂ ਨੂੰ ਨੌਕਰੀਆਂ ਦਾ ਇਕਰਾਰ ਕਰਨਾ ਚਾਹੀਦਾ। ਓਕੇ, ਨੈਵਰ। ਤੁਸੀਂ ਇੰਗਲੈਂਡ 'ਚ ਕੀ ਹੋਇਆ? ਇੰਗਲੈਂਡ 'ਚ ਇੰਨੇ ਲੋਕ ਰਿਚੈਸਟ ਹੈਗੇ, ਉਹ ਵੀ ਲੜ ਪਏ ਇਸੇ ਗੱਲ ਤੇ। ਜਿੱਥੇ ਵੀ ਹੈ ਨਾ, ਜਿੱਥੇ ਵੀ ਹੈਗਾ। ਅਮਰੀਕਾ 'ਚ ਕੀ ਹੋਇਆ? ਜੋ ਜਨਰਲ ਪਬਲਿਕ ਆ ਉਹਨਾਂ ਦਾ ਵਿਊ ਜਾਣਾ, ਜੋ ਜਨਰਲ ਪਬਲਿਕ ਕੀ ਚਾਹ ਰਹੀ ਹੈ। 92 ਸੀਟਾਂ ਕਾਹਦੇ ਲਈ ਜਿੱਤੀਆਂ ਇਹਨਾਂ ਨੇ? 92 ਸੀਟਾਂ ਇਸੇ ਕਰਕੇ ਜਿੱਤੀਆਂ, ਲੋਕਾਂ ਦੀ ਡਿਮਾਂਡ ਹੈਗੀ ਹੈ। ਜੇ ਇਹਨਾਂ ਨੇ ਕਿਹਾ ਕਿ ਅਸੀਂ ਆਹ ਦੇਵਾਂਗੇ, ਪਹਿਲਾਂ ਸ਼ੀਸ਼ਾ ਦਿਖਾਉਂਦੇ ਆ, ਜਿਹੜੇ ਆਹ ਗਲਤੀ ਕਰਦੇ ਨੇ ਨਾ, ਦਿਖਾਉਂਦੇ ਆ ਨਾ। ਨਹੀਂ, ਗਲਤੀ ਨਹੀਂ, ਅਗਲਾ ਬਣ ਕੇ ਸੀਐਮ ਬਹਿ ਗਿਆ। ਗੱਲ ਤੇ ਇਹ ਹੈ, ਮੈਨੂੰ ਇਹ ਕਹਿਣਾ ਚਾਹੀਦਾ, ਇਹ ਹੈ ਨਾ, ਦੇਖੋ ਤੁਹਾਡੀ ਸਾਡੀ ਸੋਚ ਨਾਲ ਨਹੀਂ ਗੱਲ ਪਤਾ ਕੀ ਹੈ? ਜਨਰਲ ਜੋ ਸਿਆਸੀ ਸੋਚਦੇ ਆ, ਸਿਆਸਤਦਾਨ ਕੀ ਸੋਚਦੇ ਆ? ਸਿਆਸਤਦਾਨ ਇਹ ਸੋਚਦੇ, ਹੁਣ ਵੀ ਮਾਡਲ ਲੈ ਕੇ ਗਏ ਬਾਹਰ, ਹੁਣ ਦੇਖੋ ਇਹਦਾ ਕੀ ਰਿਜ਼ਲਟ ਹੁੰਦਾ। ਹਿਮਾਚਲ 'ਚ, ਕਰਨਾਟਕਾ 'ਚ ਵੀ ਇਹਨਾਂ ਨੇ ਕਰਨਾ ਹੈਗਾ। ਲੋਕ ਪਹਿਲਾਂ ਇਹ ਮੰਗਦੇ ਆ ਕਿ ਸਾਨੂੰ ਕੀ ਦਿੰਦੇ ਜੇ, ਅਸੀਂ ਇਹ ਗੱਲਾਂ ਨਾਲ ਨਹੀਂ ਸੌਂ ਜਾਣਾ, ਨਾ ਕਿਤੇ ਲੋਰੀ ਨਾਲ ਸੌਂ ਜਾਣਾ ਹੁੰਦਾ। ਸਾਰਾ ਕੁਛ ਇਹਦੇ ਨਾਲ ਸੁੱਤਾ ਜਾਂਦਾ ਕਿ ਜੋ ਲੋਕਾਂ ਨੂੰ ਜੋ ਮੁੱਠੀ 'ਚ ਆਉਂਦਾ, ਹੁਣ ਮੁੱਠੀ 'ਚ ਆਉਣਾ। ਲੋਕਾਂ ਨੂੰ 300 ਯੂਨਿਟ ਦਾ ਦੇਤਾ, 600 ਯੂਨਿਟ ਦਾ ਦੇਤਾ। ਤੁਹਾਡੀਆਂ ਸਾਡੀਆਂ ਗੱਲਾਂ ਨਾਲ ਨਹੀਂ ਗੱਲ ਪੜਨਾ, ਜਿਹੜੀ ਜਨਰਲ ਵਿਊ ਲੋਕਾਂ ਦਾ ਹੈਗਾ। ਮੈਂ ਇਹ ਕਹਿ ਰਿਹਾ ਸੀ, ਫੇਸਬੁੱਕ ਵੇਖੋ, ਸੋਸ਼ਲ ਮੀਡੀਆ ਵੇਖੋ, ਕੀ ਲੋਕ, ਉਹ ਤਾਂ ਹੈ। ਹਾਂ, ਫ੍ਰੀ ਬੀਸ ਪੋਲਿਟਿਕਸ ਹਮੇਸ਼ਾ ਚੱਲਦਾ, ਹਰ ਥਾਂ ਤੇ ਚੱਲਦਾ, ਬਿਲਕੁਲ ਚੱਲਦਾ। ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹਨਾਂ ਨੂੰ ਇਹ ਪ੍ਰੋਮਿਸ ਕਰਨਾ ਚਾਹੀਦਾ ਕਿ ਆਪਾਂ ਰੋਜ਼ਗਾਰ ਦੇ ਮੌਕੇ ਸਿਰਜੀਏ, ਰੋਜ਼ਗਾਰ ਦਈਏ ਔਰ ਲੋਕੀ ਕਮਾਉਣ ਔਰ ਕਮਾ ਕੇ ਖੜੇ ਹੋਣ? ਇਹਨਾਂ ਨੇ ਕਿਹਾ ਬੱਚੇ ਬਾਹਰੋਂ ਜਾਣੋ, ਹਟਾ ਦਾਂਗੇ, ਕਰ ਦਾਂਗੇ, ਪਰ ਬੱਚੇ ਉੱਥੇ ਦੇ ਉੱਥੇ, ਬੱਚੇ ਇਸ ਕਰਕੇ ਬਾਹਰ ਜਾ ਰਹੇ ਆ, ਕੇਵਲ ਪੜ੍ਹ ਨਹੀਂ ਜਾ ਰਹੇ। ਬੱਚੇ ਚਾਹੁੰਦੇ ਆ ਕਿ ਉੱਥੇ ਰੋਜ਼ਗਾਰ ਵੀ ਮਿਲਦਾ। ਕੈਨੇਡਾ 'ਚ ਕਿਉਂ ਭਰ ਗਿਆ? ਕੈਨੇਡਾ ਕਿਉਂ? ਬ੍ਰਿਟਿਸ਼ ਕੋਲੰਬੀਆ ਭਰ ਗਿਆ ਕਿਉਂ? ਅਮਰੀਕਾ 'ਚ ਬੱਚੇ ਜਾ ਰਹੇ ਆ। ਇਸੇ ਕਰਕੇ ਉਹਨਾਂ ਦੇ ਮਾਂ ਪਿਓ ਨੇ ਦੱਸਿਆ ਕਿ ਇੱਥੇ ਹੁਣ ਹੈ ਨਹੀਂ ਜੇ ਕੁਝ ਵੀ। ਹੁਣ ਜੋ ਕੁਛ ਹੈਗਾ, ਇੱਕ ਤਾਂ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਇੱਥੋਂ ਲਿਜਾਣਦੇ ਵੀ ਬੱਚੇ ਸਾਡੇ ਬਚ ਜਾਣਗੇ, ਇਸ ਨਸ਼ੇ ਦੀ ਦਲਦਲ 'ਚੋਂ ਬਾਹਰ ਹੋ ਜਾਣਗੇ। ਉਹ ਵੀ ਬੱਚਿਆਂ ਦੇ ਲਈ ਇਹ ਸੋਚ ਰਹੇ ਆ ਕਿ ਇਹਨਾਂ ਨੂੰ ਪੜ੍ਹਨ ਲਈ ਭੇਜ ਦਿਓ। ਉੱਥੇ ਥੋੜ੍ਹੀ ਅਕਲ ਵੀ ਜ਼ਿਆਦਾ ਹੋ ਗਈ ਹੈ, ਇੰਸਟੀਟਿਊਸ਼ਨ ਵੀ ਅੱਛੀਆਂ ਹੈਗੀਆਂ, ਕੰਟਰੀ ਵੀ ਅੱਛੀ ਹੈਗੇ, ਇਸ ਕਰਕੇ ਵੀ ਹੈਗੇ। ਬਿਲਕੁਲ, ਉਹਨਾਂ ਨੂੰ ਫਿਊਚਰ ਲੱਗਦਾ ਉੱਥੇ। ਜੇ ਹੁਣ ਤੁਹਾਡੀ ਸਾਡੀ ਜਾਂ ਇਹਨਾਂ ਦੇ ਮੰਤਰੀਆਂ ਦੀ ਗੱਲ ਮੰਨਣਗੇ ਤਾਂ ਨਹੀਂ, ਇਹ ਪਰਸਨਲ ਵਿਊ ਲੋਕਾਂ। ਬਿਲਕੁਲ, ਦੇਖੋ ਨਾ, ਹੁਣ ਤੁਸੀਂ ਆਪਣੀ ਗੱਲ ਲਵੋ, ਮੇਰੀ ਗੱਲ ਲਵੋ। ਸਾਨੂੰ ਗਵਰਨਮੈਂਟ ਕਵੇ ਤੁਹਾਨੂੰ ਕੰਮ ਨਹੀਂ ਦੇਣਾ, ਤੁਸੀਂ ਬਹਿ ਜਾਓ ਤੇ ਤੁਹਾਨੂੰ ਆਟਾ ਦੇ ਦਾਂਗੇ, ਤੁਹਾਨੂੰ ਚੌਲ ਦੇ ਦਾਂਗੇ, ਤੁਹਾਨੂੰ ਆ ਚੀਜ਼ਾਂ ਸਕੀਮਾਂ ਦੇ ਦਾਂਗੇ, ਤੁਸੀਂ ਬੈਠੇ ਰਹੋ, ਬਸ ਫ੍ਰੀ 'ਚ ਖਾਓਗੇ। ਤੁਸੀਂ ਵੀ ਇੱਕ ਦਿਨ ਉਕਤਾ ਜਾਓਗੇ ਵੀ ਜਿਹੜਾ ਮੇਰੇ ਅੰਦਰ ਆਰਟਿਸਟ ਆ, ਜਿਹੜਾ ਮੇਰੇ ਅੰਦਰ ਕਲਾਕਾਰ ਹੈ, ਉਹਨੂੰ ਕੰਮ ਚਾਹੀਦਾ, ਮੈਂ ਕੰਮ ਕਰਾਂ। ਹਰੇਕ ਬੰਦਾ ਕੰਮ ਚਾਹੁੰਦਾ। ਸੋ ਜਿਹੜੀਆਂ ਇਹ ਸਾਰੀਆਂ ਪਾਰਟੀਆਂ ਨੇ ਨਾ, ਇਹਨਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜੀ ਹਿਊਮਨ ਸਾਈਕੋਲੋਜੀ ਆ ਉਹ ਕੰਮ ਮੰਗਦੀ ਆ। ਕਿਉਂਕਿ ਕਿਸੇ ਬੰਦੇ ਨੂੰ ਨਾ ਸਭ ਤੋਂ ਵੱਡੀ ਸਜ਼ਾ ਪਤਾ ਕੀ ਹੈ? ਉਹਦਾ ਟੈਲੈਂਟ, ਉਹਦਾ ਕੁਦਰਤੀ ਹੁਨਰ ਵੇਸਟ ਹੋ ਜਾਂਦਾ। ਇਹ ਤਾਂ ਗੱਲ ਸੱਚੀ, ਜਾਂ ਜੇ ਅਸੀਂ ਕਹਿ ਲਈਏ ਕਿ ਸਿਧਾਂਤ ਹੈਗਾ, ਇਹਦੇ 'ਚ ਪ੍ਰਿੰਸੀਪਲ ਬੇਸਡ ਗੱਲ ਹੈਗੀ ਆ। ਪਰ ਦੇਖੋ ਇਹ ਗੱਲਾਂ ਤੇ ਬਾਜੀ ਮਾਰ ਕੇ ਬੈਠ ਗਿਆ, ਬਿਲਕੁਲ ਬੈਠ ਗਿਆ, ਬੈਠਾ ਨਾ। ਹੁਣ ਦੇਖੋ ਬਾਕੀ ਪਾਰਟੀਆਂ ਕਿੱਥੇ ਬੈਠੀਆਂ। ਉਹ ਪ੍ਰੋਬਲਮ ਇਹ ਰਹੀ ਕਿ ਉਹਨਾਂ ਕੋਲ ਸਹੂਲਤਾਂ ਮੁਹੱਈਆ ਨਹੀਂ ਹੋਈਆਂ। ਇਹ ਜਿਹੜੀ ਹੈਗੀ ਇੱਥੇ ਸਿੱਟਾ ਇਹ ਕੱਢਿਆ ਜਾ ਸਕਦਾ। ਜੇ ਕਾਂਗਰਸ ਕਿਉਂ ਰਹੀ ਨੁੱਕਰ ਤੇ? ਚੰਨੀ ਸਾਹਿਬ ਆਏ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬਿਜਲੀ ਵੀ ਥੋੜ੍ਹੀ ਜਿਹੀ ਸਸਤੀ ਕਰਤੀ, ਰੇਤਾ ਵੀ ਸਸਤੀ ਕੀਤੀ। ਇੱਕ ਜਿਹੜਾ 3 ਮਹੀਨਿਆਂ ਵਿੱਚ ਉਹਨਾਂ ਨੇ ਕਾਫੀ ਕੀਤਾ, ਲੋਕ ਯਾਦ ਕਰ ਰਹੇ ਆ। ਦੂਜੇ ਪਾਸੇ ਕੈਪਟਨ ਸਾਹਿਬ 4 ਸਾਲ ਕੁਝ ਨਹੀਂ ਕੀਤਾ।
ਜਿਹੜੀ ਪਾਰਟੀ ਆਉਂਦੀ ਆ ਪਹਿਲਾਂ ਉਦੋਂ ਆਪਣਾ ਸਿਰ ਤੋਂ ਥੋੜ੍ਹਾ ਜਿਹਾ ਹਿਲਾਉਂਦੀ ਆ, ਉਦੋਂ ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਲੱਗਦਾ 1 ਸਾਲ ਜਦੋਂ ਰਹਿੰਦਾ ਹੁੰਦਾ। ਪਰ ਇਸ ਗੌਰਮੈਂਟ ਨੇ ਥੋੜ੍ਹਾ ਜਿਹਾ ਤਾਂ ਪਹਿਲਾਂ ਹਿਲਾਉਣਾ ਦਿੱਤਾ, ਥੋੜ੍ਹਾ ਬਹੁਤ ਕੀਤਾ ਕੰਮ। ਅੱਗੇ ਦੇਖੋ ਕੀ ਕਰਦੀ ਹੈ। ਬਾਕੀ ਪਾਰਟੀਆਂ ਦਾ ਜਿਹੜਾ ਮਜਮੂਆ ਇਹ ਰਿਹਾ, ਬਾਕੀ ਪਾਰਟੀਆਂ ਨੂੰ ਉਹ ਚੱਲਣਾ ਪਿਆ, ਉਹਨਾਂ ਦਾ ਜੋ ਕੁਛ ਉਹਨਾਂ ਦੀ ਗਲਤ ਸੋਚ ਸੀ ਜਾਂ ਜੋ ਵੀ ਹੈਗਾ, ਲੋਕਾਂ ਨੇ ਛੰਡ ਕੇ ਪਾਸੇ ਕਰ ਦਿੱਤਾ। ਇਸੇ ਕਰਕੇ ਕਰ ਦਿੱਤਾ, ਲੋਕਾਂ ਦਾ ਮਤਲਬ ਹੁੰਦਾ ਫੈਸਿਲਿਟੀ, ਲੋਕਾਂ ਨੇ ਮੰਗਣਾ ਹੈਗਾ। ਹੁਣ ਜੇ ਤੁਸੀਂ ਇੱਕ ਮਹੱਲੇ 'ਚ ਰਹਿ ਰਹੇ ਜੇ, ਉੱਥੇ ਕੀ ਚਾਹੀਦਾ ਤੁਹਾਨੂੰ? ਸੜਕਾਂ ਚਾਹੀਦੀਆਂ, ਬਿਜਲੀ ਚਾਹੀਦੀ, ਪਾਣੀ ਚਾਹੀਦਾ, ਹੈ ਨਾ, ਉਹ ਚਾਹੀਦਾ। ਪੱਕੀਆਂ ਨਾਲੀਆਂ ਚਾਹੀਦੀਆਂ। ਜੇ ਉੱਥੇ ਤੁਸੀਂ ਮੁਹੱਈਆ ਨਹੀਂ ਕਰੋਗੇ, ਬਾਕੀ ਤੇ ਪੈਸਾ ਨਾ ਕੋਈ ਕਰ ਲੈਣਾ, ਫਿਰ ਗਵਰਨਮੈਂਟ ਜਾਂ ਜਿਹੜੀ ਸੋਸਾਇਟੀ ਉਹ ਕੀ ਕਰ? ਬਿਲਕੁਲ ਸਹੀ ਗੱਲ ਹੈ। ਮੈਂ ਹੁਣ ਇਸ ਕੰਟੈਕਸਟ ਗੱਲ ਕਰ ਰਿਹਾ ਕਿ ਜਿਹੜਾ ਸੀਐਮ ਮਾਨ ਕਹਿੰਦੇ ਨੇ ਕਿ ਅਸੀਂ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਪੰਜਾਬ ਬਣਾਉਣਾ ਹੈ। ਆਜ਼ਾਦੀ ਘੁਲਾਟੀਆਂ ਨੇ ਜਿਹੜਾ ਸੁਪਨਾ ਦੇਖਿਆ ਹੈ, ਉਹਨਾਂ ਨੇ ਇਹ ਦੇਖਿਆ ਕਿ ਹਰ ਹੱਥ ਕੋਲ ਕੰਮ ਹੋਣਾ ਚਾਹੀਦਾ, ਹਰੇਕ ਦੇ ਹੁਨਰ ਦਾ ਵਿਕਾਸ ਹੋਣਾ ਚਾਹੀਦਾ ਹੈ। ਜੋ ਉਹਦੇ ਕੁਦਰਤੀ ਗੁਣ ਨੇ ਉਹਦਾ ਇਸਤੇਮਾਲ ਕਰੋ, ਉਹਦਾ ਇਸਤੇਮਾਲ ਕਰਕੇ ਸੂਬੇ ਨੂੰ ਅਮੀਰ ਬਣਾਓ, ਹਰੇਕ ਨੂੰ ਰੋਜ਼ਗਾਰ ਦਿਓ। ਇਹ ਹੈ ਉਹਨਾਂ ਦੇ ਸੁਪਨਿਆਂ ਦਾ ਪੰਜਾਬ। ਤੇ ਉਹ ਜੇ ਸੁਪਨਿਆਂ ਦੀ ਗੱਲ ਕਰਦੇ ਹੋ ਤੇ ਫਿਰ ਉਹਨਾਂ ਦੇ ਸੁਪਨਿਆਂ 'ਚ ਕਿਤੇ ਫ੍ਰੀ ਬੀਸ ਪੋਲਿਟਿਕਸ ਨਹੀਂ ਹੁੰਦਾ ਕਿ ਲੋਕਾਂ ਨੂੰ ਮੁਫਤ ਖੋਰੇ ਬਣਾ ਦਿਓ। ਉਹਨਾਂ ਦੇ ਸੁਪਨਿਆਂ 'ਚ ਇਹ ਹੁੰਦਾ ਹੈ ਕਿ ਦੇਸ਼ ਨੂੰ ਸੈਲਫ ਰਿਸਪੈਕਟ ਨਾਲ, ਦੇਸ਼ ਵਾਸੀਆਂ ਨੂੰ ਸੈਲਫ ਰਿਸਪੈਕਟ ਨਾਲ ਜਿਉਣਾ ਸਿਖਾਓ। ਔਰ ਸੈਲਫ ਰਿਸਪੈਕਟ ਤਾਂ ਹੀ ਆਏਗੀ ਜੇ ਹਰੇਕ ਹੱਥ ਦੇ ਕੋਲ ਰੋਜ਼ਗਾਰ ਹੋਏਗਾ ਉਹਦੇ ਹੁਨਰ ਦੇ ਮੁਤਾਬਿਕ। ਲੀਡਰਾਂ ਦੇ ਬਿਆਨ ਹੁੰਦੇ ਆ, ਬਿਆਨ ਦਾ ਹਰ ਲੀਡਰ ਸ਼ਹੀਦਾਂ ਦਾ ਨਾਂ ਲਊਗਾ, ਸੁਤੰਤਰਤਾ ਸੈਨਾਨੀਆਂ ਦਾ ਨਾਂ ਲਊਗਾ, ਸਕੋਲਰਾਂ ਦਾ ਨਾਂ ਲਊਗਾ, ਐਗਜ਼ਾਮਪਲ ਤੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸਾਰੇ ਲੈਣਗੇ। ਔਰ ਇਸ ਕਰਕੇ ਲੈਣਗੇ ਭਗਤ ਸਿੰਘ ਦਾ ਨਾਂ ਲੈਣਗੇ, ਇਸੇ ਕਰਕੇ ਕ੍ਰੀਏਟ ਕਰਨ ਲਈ ਉਦਾਹਰਣ ਦੇਣਗੇ। ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਇੱਕਦਮ ਕੰਨ ਚੁੱਕਣੇ ਆ, ਅੱਛਾ ਲਾ ਮਹਾਰਾਜਾ ਰਣਜੀਤ ਸਿੰਘ ਦਾ, ਸ਼ੇਰੇ ਪੰਜਾਬ ਦਾ ਨਾਂ ਲਿਆ, ਹੈ ਨਾ, ਉਹਨਾਂ ਨੇ ਹਰੀ ਸਿੰਘ ਨਲੂਆ ਬਣਾ ਦਾਂਗੇ। ਉਹ ਇਹ ਗੱਲਾਂ ਇਹ ਹੁੰਦੀਆਂ ਭਾਸ਼ਣ 'ਚ, ਪ੍ਰੈਕਟੀਕਲੀ ਵਿਵਹਾਰਕ ਤੌਰ 'ਤੇ ਉਹ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਆਮ ਲੋਕ ਚਾਹੁੰਦੇ ਆ। ਇਹ ਸਿਰਫ ਭਾਸ਼ਣਾਂ 'ਚ ਲਿਖਿਆ ਗਿਆ ਹੁੰਦਾ, ਲਿਖਣ ਵਾਲੇ ਹੋਰ ਹੁੰਦੇ, ਬੋਲਣ ਵਾਲੇ ਹੋਰ ਹੁੰਦੇ ਆ। ਇਹ ਕਈ ਵਾਰੀ ਜਿਹੜੇ ਤੁਹਾਨੂੰ ਲੀਡਰ ਸੁਣੇ ਤੇ ਵੇਖਿਆ ਬੋਲਦੇ ਆ, ਉਹਨਾਂ ਦੇ ਆਪਣੇ ਬਿਆਨ ਨਹੀਂ ਹੁੰਦੇ, ਉਹ ਵੀ ਲਿਖੇ ਹੁੰਦੇ ਆ, ਉਹਨਾਂ ਦੇ ਪੀਏ ਆ, ਉਹਨਾਂ ਦੇ ਲਿਖਣ ਵਾਲੇ, ਉਹਨਾਂ ਦੇ ਨਾਲ ਬਾਕੀ ਬੈਠੇ ਆ, ਲਿਖੀ ਜਾਂਦੇ, ਉਹ ਲਿਖਦੇ ਆ। ਚਲੋ ਹੁਣ ਆਪਣਾ ਵਕਤ ਹੋ ਰਿਹਾ, ਬਸ ਇੱਕ ਗੱਲ ਨੂੰ ਛੂੰਦੇ ਹੋਏ ਨਿਕਲਦੇ ਆ ਕਿ ਪ੍ਰਸਿੱਧ ਜਿਹੜੇ ਗਾਇਕ ਨੇ ਬੱਬੂ ਮਾਨ, ਉਹਨਾਂ ਨੂੰ ਵੀ ਧਮਕੀ ਮਿਲੀ ਹੈ ਜਾਨੋਂ ਮਾਰਨ ਦੀ। ਇਹ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਬਹੁਤ ਵੱਡਾ ਕੁਐਸਚਨ ਮਾਰਕ ਹੈ। ਲੱਗਿਆ ਉੱਥੇ ਉਹਨਾਂ ਦੇ ਅੱਗੇ ਪੁਲਿਸ ਆ ਗਈ ਹੈ ਮੋਹਾਲੀ, ਜਿੱਥੇ ਉਹਨਾਂ ਦਾ ਘਰ ਹੈ 73 ਸੈਕਟਰ ਦੇ ਵਿੱਚ, ਔਰ ਉਹਨਾਂ ਨੂੰ ਧਮਕੀ ਮਿਲੀ ਆ, ਕੋਈ ਗਰੁੱਪ ਆ ਉਹਨਾਂ ਨੂੰ ਆ ਗਿਆ, ਔਰ ਉਹਨਾਂ ਨੂੰ ਕਹਿੰਦੇ 3 ਪਹਿਲੋਂ ਕਾਲ ਆਈਆਂ ਸੀ, ਉਹਨੇ ਨਹੀਂ ਚੁੱਕੀਆਂ, ਚੌਥੀ ਨੂੰ ਕਾਲ ਚੁੱਕੀ, ਉਹਨਾਂ ਨੇ ਕਹਿ ਦਿੱਤਾ ਵੀ ਸਿੱਧੇ ਹੋ ਜਾਓ, ਜੋ ਵੀ ਹੈਗਾ ਇੰਨਾ ਕਰ ਲਓ ਸਾਡੇ ਲਈ, ਨਹੀਂ ਤਾਂ ਅਸੀਂ ਤੁਹਾਨੂੰ ਖਤਮ ਕਰ ਦਾਂਗੇ। ਹੁਣ ਉਹਨਾਂ ਦੇ ਲਈ ਸਿਕਿਉਰਿਟੀ ਅਲਰਟ ਕਰ ਦਿੱਤੀ ਹੈ। ਬੜੇ ਅੱਛੇ ਸਿੰਗਰ ਆ, ਬਹੁਤ ਵਧੀਆ ਸਿੰਗਰ ਆ। ਔਰ ਇਹ ਸਿਚੁਏਸ਼ਨਸ ਬਹੁਤ ਚੁਣੌਤੀਪੂਰਨ ਨੇ, ਔਰ ਇਹ ਖਾਸ ਕਰਕੇ ਵੱਡੀ ਚੁਣੌਤੀ ਹੈ ਪ੍ਰਸ਼ਾਸਨ ਵਾਸਤੇ। ਸਹੀ ਗੱਲ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਮਨ ਦੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਬਿਲਕੁਲ ਜੀ, ਜ਼ਰੂਰ ਜ਼ਰੂਰ। ਸਤਿ ਸ਼੍ਰੀ ਅਕਾਲ।